20 ਮੁੰਡਿਆਂ ਨੇ ਪੂਰੀ ਰਾਤ ਰੇਪ ਕੀਤਾ। ਮੇਰੇ ਤੋਂ ਚੱਲਿਆ ਨਹੀਂ ਗਿਆ, ਮੇਰੇ ਲੱਤਾਂ ਕੰਬਣ ਲੱਗੀਆਂ ਸੀ। ਤੇ ਪੁਲਿਸ ਸਟੇਸ਼ਨ ਜਦੋਂ ਆ ਕੇ ਮੈਂ ਆਪਣੀ ਰਿਪੋਰਟ ਲਿਖਾਣੇ ਜਾਏ ਤਾਂ ਮਜ਼ਾਕ ਕਰਨ ਲੱਗੇ ਮੇਰਾ, ਕੀ ਹੋਇਆ ਸੀ, ਕਿੱਦਾਂ ਹੋਇਆ ਸੀ, ਕਿੱਦਾਂ ਕੀਤਾ ਉਹਨਾਂ ਨੇ। ਪੁਲਿਸ ਨੇ ਮਜ਼ਾਕ ਹਾਂ ਮਜ਼ਾਕ ਖਾਂਦੇ ਛੱਕਾ ਜਿਹੜਾ ਇਦਾਂ ਮੈਨੂੰ ਖਿੱਚ ਕੇ ਨਾਲ ਹੀ ਪਿੱਛੇ ਜੰਗਲ ਜਿਹਾ ਸੀਗਾ, ਉੱਥੇ ਖਿੱਚ ਕੇ ਲੈ ਕੇ ਗਏ। ਮੈਨੂੰ ਕੱਪੜੇ ਖੋਲਣ ਦੀ ਕੋਸ਼ਿਸ਼ ਕੀਤੀ। ਉਹ ਸੋਚਦੇ ਸੀ ਵੀ ਖੁਸਰਾ ਹੈ, ਕੁਝ ਵੀ ਕਰ ਸਕਦੇ ਹੈਗੇ ਇਹਦੇ ਨਾਲ। ਸੋ ਮੈਂ ਉੱਥੋਂ ਭੱਜ ਗਈ। 94 ਵਿੱਚ ਦੁਬਾਰਾ ਐਡਮਿਸ਼ਨ ਲਿੱਤੀ ਲਾਅ ਵਿੱਚ, ਤੇ ਉਸ ਸਮੇਂ ਵੀ ਇਦਾਂ ਹੀ ਸੇਮ ਹੋਇਆ। ਤੇ ਮੈਨੂੰ ਕਮਰੇ 'ਚ ਬੰਦ ਕਰਕੇ ਮੁੰਡਿਆਂ ਨੇ ਰੇਪ ਕਰਨ ਦੀ ਕੋਸ਼ਿਸ਼ ਕੀਤੀ ਉਸ ਸਮੇਂ। ਫਿਰ ਉਸ ਤੋਂ ਬਾਅਦ ਮੈਂ ਛੱਡ ਦਿੱਤਾ ਪੜ੍ਹਾਈ। ਮਾਂ ਸਮਝਦੀ ਵੀ ਹੈ। ਮਾਂ ਨੇ ਮੈਨੂੰ ਇੱਕ ਵਾਰੀ ਸੁਸਾਈਡ ਕਰਨ ਤੋਂ ਬਚਾਇਆ ਵੀ ਸੀਗਾ। ਮੈਂ 10ਵੀਂ 'ਚ ਸੀਗੀ ਜਦੋਂ ਮੈਂ ਕਾਫੀ ਡਿਪਰੈਸ਼ਨ 'ਚ ਚਲੀ ਗਈ ਸੀ। ਮੈਨੂੰ ਜੈਂਡਰ ਡਿਸਫੋਰੀਆ ਹੋ ਗਿਆ ਸੀਗਾ। ਸੋ ਬੜੀ ਐਂਗਜ਼ਾਇਟੀ ਡਿਪਰੈਸ਼ਨ ਵਿੱਚ ਜਾ ਕੇ ਮੈਂ ਸੋਚਿਆ ਕਿ ਮੈਂ ਆਪਣੇ ਆਪ ਨੂੰ ਖਤਮ ਕਰ ਦਵਾਂ। ਤਾਂਤਰਿਕ ਕਹਿੰਦਾ ਇਹਦੇ ਅੰਦਰ ਕੋਈ ਚੁੜੈਲ ਆ ਗਈ ਹੈ। ਗਰਮ ਚਿਮਟਾ ਉਹਨੇ ਕੱਢਿਆ ਤੇ ਮੇਰੇ ਉੱਪਰ ਮਾਰਨਾ ਸ਼ੁਰੂ ਕਰ। ਇੰਨਾ ਦਰਦ ਹੋਣਾ ਸ਼ੁਰੂ ਹੋਇਆ ਜਿਵੇਂ ਛਾਲੇ ਪੈ ਗਏ ਮੋਟੇ ਮੋਟੇ। ਪੇਰੈਂਟਸ ਕਹਿੰਦੇ ਵੀ ਕੋਈ ਨਾ ਥੋੜੀ ਦੇਰ ਦਾ ਦਰਦ ਹੈਗਾ, ਉਸ ਤੋਂ ਬਾਅਦ ਠੀਕ ਹੋ ਜਾਣਾ ਤੂੰ, ਹੈ ਨਾ। ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹਦੇ ਉੱਪਰ ਕੋਈ ਚੁੜੈਲ ਆ ਗਈ। ਮੇਰੇ ਫਾਦਰ ਸਾਹਿਬ ਕਹਿੰਦੇ ਪਹਿਲੇ ਆਪਣੇ ਆਪ ਨੂੰ ਠੀਕ ਕਰ ਲੈ ਨਾ, ਜਿਵੇਂ ਤੂੰ ਕੁੜੀਆਂ ਜਿਸ ਤਰ੍ਹਾਂ ਹਰਕਤਾਂ ਕਰਦਾ ਹੈ ਨਾ, ਉਹ ਹਟ ਜਾ, ਬੰਦਾ ਬਣ ਜਾ। ਬੰਦਾ ਕਿਵੇਂ ਬਣ ਜਾ ਜੇ ਕੁੜੀ ਹੈ ਤਾਂ? ਸਾਰਿਆਂ ਨੂੰ ਮੁੰਡਾ ਹੀ ਚਾਹੀਦਾ, ਕੋਈ ਇਹ ਨਹੀਂ ਕਹਿੰਦਾ ਕਿ ਬੰਦੀ ਬਣ ਜਾਓ, ਹੈ ਨਾ। 40 ਸਾਲ ਤਕਰੀਬਨ ਹੋ ਗਏ ਇੱਕ ਹਿੰਮਤ ਨੂੰ ਜੁਟਾਉਣ ਵਾਸਤੇ, ਸ਼ਬਦ ਬੋਲਣ ਵਾਸਤੇ ਕਿ ਯੈਸ ਆਈ ਐਮ ਅ ਟਰਾਂਸਜੈਂਡਰ। ਆਪਣੀ ਪਹਿਚਾਨ ਨਾਲ ਸ਼ਹਿਰ ਨੂੰ ਹੀ ਬਦਲਣਾ ਸੀ, ਇਹਦੇ ਸੋਚ ਨੂੰ ਬਦਲਣਾ ਸੀ, ਜੋ ਕਿ ਮੈਂ ਉਸ ਵਿੱਚ ਕਾਮਯਾਬ ਰਹੀ ਹਾਂ। ਸਤਿ ਸ਼੍ਰੀ ਅਕਾਲ, RMB ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਸੰਸਾਰਦੀਪ ਸਿੰਘ ਹਾਂ। ਬੇਹਿੰਮਤੇ ਨੇ ਉਹ ਲੋਕ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ। ਇਹ ਗੱਲ ਕਹਿਣੀ ਜਿੰਨੀ ਸੌਖੀ ਆ, ਓਨਾ ਹੀ ਔਖਾ ਹੈ ਇਸ ਸ਼ਬਦ ਦੇ ਉੱਪਰ, ਇਸ ਗੱਲ ਦੇ ਉੱਪਰ ਪਹਿਰਾ ਦੇਣਾ। ਕਹਿਣ ਨੂੰ ਤਾਂ ਹਰ ਕੋਈ ਇਸ ਸ਼ਬਦਾਂ ਦਾ ਇਸਤੇਮਾਲ ਕਰ ਲੈਂਦਾ ਹੈ, ਪਰ ਜਦੋਂ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆ ਜਾਂਦੀਆਂ ਨੇ ਤਾਂ ਵੱਡੇ ਵੱਡੇ ਸੂਰਬੀਰ ਹੁੰਦੇ ਨੇ ਜਿਹੜੇ ਹਿੰਮਤ, ਆਪਣਾ ਹੌਸਲਾ ਹਾਰ ਜਾਂਦੇ। ਪਰ ਇੱਕ ਐਸੇ ਹੌਸਲੇ ਦੀ ਕਹਾਣੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ, ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਲੱਖਾਂ ਮੁਸ਼ਕਲਾਂ ਆਈਆਂ, ਪਰ ਉਹਨਾਂ ਦਾ ਅੱਜ ਆਪਣਾ ਮੁਕਾਮ ਆ, ਉਹਨਾਂ ਦੀ ਇੱਕ ਆਪਣੀ ਆਇਡੈਂਟੀਟੀ ਆ। ਇਨਸਾਨ ਦੇ ਰੱਬ ਦੇ ਵੱਲੋਂ ਕਹਿੰਦੇ ਨੇ ਕਿ ਇਨਸਾਨ ਨੂੰ ਬਣਾਇਆ ਗਿਆ, ਇੱਕ ਮੇਲ ਬਣਾਇਆ ਗਿਆ, ਇੱਕ ਫੀਮੇਲ ਬਣਾਈ ਗਈ। ਪਰ ਕੁਦਰਤ ਦੇ ਕ੍ਰਿਸ਼ਮਾ ਦੇਖੋ ਜਾਂ ਕੁਦਰਤ ਦੇ ਰੰਗ ਦੇਖੋ, ਉਸ ਦੇ ਵੱਲੋਂ ਇੱਕ ਤੀਜਾ ਜੈਂਡਰ, ਥਰਡ ਜੈਂਡਰ ਬਣਾਇਆ ਗਿਆ, ਜਿਹਨੂੰ ਸਾਡੇ ਲੋਕ ਟਰਾਂਸਜੈਂਡਰ ਕਹਿੰਦੇ ਨੇ। ਇੱਕ ਐਸੇ ਹੀ ਟਰਾਂਸਜੈਂਡਰ ਦੇ ਨਾਲ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ, ਜਿਨ੍ਹਾਂ ਨੇ ਆਪਣੀ ਹਿੰਮਤ ਦੇ ਨਾਲ ਆਪਣੀ ਤਕਦੀਰ ਖੁਦ ਲਿਖੀ ਹੈ। ਧਨੰਜੇ ਹੋਣੀ ਸਾਡੇ ਨਾਲ ਨੇ, ਗੱਲਬਾਤ ਕਰਾਂਗੇ ਇਹਨਾਂ ਦੇ ਸੰਘਰਸ਼ ਦੀ ਕਹਾਣੀ, ਇਹਨਾਂ ਦੇ ਹਿੰਮਤ ਦੀ ਕਹਾਣੀ, ਇਹਨਾਂ ਦੇ ਹੌਸਲੇ ਦੀ ਕਹਾਣੀ। ਧਨੰਜੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਠੀਕ ਹੋ? ਬਹੁਤ ਵਧੀਆ। ਅੱਛਾ ਧਨੰਜੇ, ਜਿੱਦਾਂ ਮੈਂ ਕਿਹਾ ਕਿ ਹਿੰਮਤ ਕੋਈ ਕੋਈ ਕਰ ਪਾਉਂਦਾ, ਗੱਲਾਂ ਹਰ ਕੋਈ ਕਰ ਲੈਂਦਾ ਕਿ ਮੈਂ ਹਿੰਮਤ ਕਰਾਂਗਾ, ਪਰ ਵੱਡੇ ਵੱਡਿਆਂ ਦੇ ਹੌਸਲੇ ਜਿਹੜੇ ਨੇ ਉਹ ਟੁੱਟ ਜਾਂਦੇ ਨੇ। ਤੁਹਾਡਾ ਤਾਂ ਜਨਮ ਤੋਂ ਹੀ ਮੈਂ ਕਹਿੰਦਾ ਮੁਸ਼ਕਲਾਂ ਨੇ ਤੁਹਾਨੂੰ ਘੇਰ ਲਿਆ ਹਰ ਜਗ੍ਹਾ, ਫਿਰ ਇੰਨਾ ਹੌਸਲਾ ਕਿਵੇਂ, ਇੰਨੀ ਹਿੰਮਤ ਕਿਵੇਂ? ਦੇਖੋ ਜਦੋਂ ਨਦੀ ਚੱਲਦੀ ਹੈ ਨਾ, ਉਹਦੇ ਰਸਤੇ 'ਚ ਬਹੁਤ ਸਾਰੇ ਅਟਕਲਾਂ ਆਉਂਦੀਆਂ, ਰੋੜੇ ਆਉਂਦੇ ਆ, ਪੱਥਰ ਆਉਂਦੇ ਆ, ਤੇ ਲੇਕਿਨ ਆਪਣਾ ਉਹ ਰਸਤਾ ਕਵਰ ਕਰਦੀ ਰਹਿੰਦੀ ਹੈ। ਤੇ ਮੁਸ਼ਕਿਲਾਂ ਤਾਂ ਬਚਪਨ ਤੋਂ ਆਉਂਦੀ ਹੀ ਆ। ਜਦੋਂ ਅਸੀਂ ਜਨਮ ਤੋਂ ਲੈ ਕੇ ਉਸ ਤੋਂ ਬਾਅਦ ਆਇਡੈਂਟੀਫਿਕੇਸ਼ਨ 3 ਸਾਲ ਤੋਂ ਲੈ ਕੇ 5 ਸਾਲ ਦੀ ਏਜ ਵਿੱਚ ਜਦੋਂ ਅਸੀਂ ਜੈਂਡਰ ਨੂੰ ਰਿਕੋਗਨਾਈਜ਼ ਕਰਦੇ ਹਾਂ, ਆਪਣੇ ਆਪ ਨੂੰ ਮਹਿਸੂਸ ਕਰਨਾ ਸ਼ੁਰੂ ਕਰਦੇ ਹਾਂ। ਹਰ ਇਨਸਾਨ ਜਦੋਂ ਤਾ ਤੀ ਬੋਲਣਾ ਸਿੱਖਦਾ, ਅਸੀਂ ਵੀ ਬੋਲਦੇ ਹਾਂ, ਲੇਕਿਨ ਸਾਡਾ ਜਦੋਂ ਸਾਨੂੰ ਘਰੋਂ ਸਿਖਾਇਆ ਜਾਂਦਾ ਕਿ ਤੁਸੀਂ ਤਾ ਬੋਲਣਾ ਹੈ, ਜਾਂ ਅਸੀਂ ਸਿੱਖ ਜਾਂਦੇ ਤਾ ਜਾਂ ਤੀ ਬੋਲਣਾ, ਤੇ ਉਹ ਜਦੋਂ ਅੱਗੇ ਮਹਿਸੂਸ ਹੋਣਾ ਸ਼ੁਰੂ ਹੁੰਦਾ ਕਿ ਬਈ ਜਿਹੜਾ ਸਾਡਾ ਜੈਂਡਰ ਹੈ ਉਹ ਮਿਸਮੈਚਿੰਗ ਲੱਗਦਾ ਹੈ ਕਿ ਨਹੀਂ, ਜੋ ਸਾਡਾ ਸਰੀਰ ਹੈ, ਜਿਹੜੀ ਸਾਡੀ ਬ੍ਰੇਨ ਹੈ, ਸਾਡਾ ਬ੍ਰੇਨ ਹੈ ਨਾ, ਉਹ ਉਹਦੇ ਨਾਲ ਮੈਚ ਕਿਉਂ ਨਹੀਂ ਕਰ ਰਿਹਾ। ਕਨਫਿਊਜ਼ਨ ਰਹਿੰਦੀ ਹੈ। ਸਭ ਤੋਂ ਪਹਿਲੇ ਆਪਣੇ ਆਪ ਨੂੰ ਕਨਫਿਊਜ਼ ਹੋਣਾ ਸ਼ੁਰੂ ਹੋ ਜਾਂਦਾ ਵੀ ਇਹ ਕੀ ਚੱਕਰ ਹੈ, ਇੱਦਾਂ ਕਿਉਂ ਹੁੰਦਾ, ਆਪਣੇ ਆਪ ਨੂੰ ਮਹਿਸੂਸ ਕਿਉਂ ਹੁੰਦਾ ਹੈ। ਤੋ ਉਸ ਤੋਂ ਬਾਅਦ ਫਿਰ ਜਦੋਂ ਸਕੂਲ 'ਚ ਜਾਣਾ ਹੁੰਦਾ, ਫਿਰ ਸਕੂਲ ਵਿੱਚ ਵੀ ਡਿਸਕ੍ਰਿਮੀਨੇਸ਼ਨ, ਸੋ ਕਾਲਜ, ਯੂਨੀਵਰਸਿਟੀਜ਼, ਹਰ ਜਗ੍ਹਾ ਡਿਸਕ੍ਰਿਮੀਨੇਸ਼ਨ। ਲੇਕਿਨ ਹਿੰਮਤ ਜਿਹੜੀ ਹੁੰਦੀ ਹੈ ਨਾ, ਉਹ ਜਿਹੜੀ ਆਪਣੇ ਆਪ ਦੇ ਅੰਦਰ ਬਿਲਡ, ਉਹ ਹੌਲੀ ਹੌਲੀ ਆਉਂਦੀ ਹੈ। ਮਤਲਬ ਇੱਦਾਂ ਨਹੀਂ ਇੱਕਦਮ ਤੁਸੀਂ ਪੂਰਾ ਇੰਪਾਵਰਡ ਹੋ ਗਏ। ਮੈਨੂੰ ਵੀ ਕਈ ਸਾਲ, 40 ਸਾਲ ਤਕਰੀਬਨ ਹੋ ਗਏ ਇੱਕ ਹਿੰਮਤ ਨੂੰ ਜੁਟਾਉਣ ਵਾਸਤੇ, ਇੱਕ
ਸ਼ਬਦ ਬੋਲਣ ਵਾਸਤੇ ਕਿ ਯੈਸ ਆਈ ਐਮ ਅ ਟਰਾਂਸਜੈਂਡਰ। ਮਾਣ ਨਾਲ ਕਹਿ ਸਕਦੇ ਹੋ ਕਿ ਹਾਂ, ਜੋ ਮੈਨੂੰ ਮੇਰੇ ਰੱਬ ਨੇ ਬਣਾਇਆ, ਜੋ ਮੈਨੂੰ ਮੇਰੀ ਕੁਦਰਤ ਨੇ ਬਣਾਇਆ, ਮੈਂ ਮਾਣ ਨਾਲ ਕਹਿ ਸਕਦਾ ਕਿ ਉਹ ਮੈਂ ਹੈ। ਬਿਲਕੁਲ, ਤਾਂ ਉਹਦੇ ਵਾਸਤੇ ਵੀ ਇੱਕ ਪੂਰੀ ਕਹਾਣੀ ਹੈ, ਸੰਘਰਸ਼ है बहुत लंबा। तो ऐसे ही मतलब कोई इंसान जो है अर्श से जो फर्श से अर्श पे पहुंच नहीं जाता सही ना, ਉਹਦੇ ਵਾਸਤੇ ਬਹੁਤ ਸਾਰਾ ਸੰਘਰਸ਼ ਕਰਨਾ ਪੈਂਦਾ ਹੈ, ਬਹੁਤ ਸਾਰੀ ਮੁਸ਼ਕਿਲਾਤ ਹੈ, ਬਹੁਤ ਸਾਰੇ ਸਾਡਾ ਲਾਅ ਨਹੀਂ ਸੀਗਾ ਸਾਡੇ ਫੇਵਰ 'ਚ, ਸਾਡੇ ਕਾਨੂੰਨ ਨਹੀਂ ਸੀਗੇ ਸਾਡੇ ਫੇਵਰ 'ਚ, ਜਿਸ ਦੇ ਵਾਸਤੇ ਹੌਲੀ ਹੌਲੀ ਉਹਨਾਂ ਸਾਰਿਆਂ ਵਾਸਤੇ ਵੀ ਕੰਮ ਕਰਨਾ ਪਿਆ। ਅੱਜ ਅਸੀਂ ਸਾਡੇ ਕੋਲ ਲਾਅ ਹੈਗਾ, ਸਾਡੇ ਪ੍ਰੋਟੈਕਸ਼ਨ ਵਾਸਤੇ ਕਾਨੂੰਨ ਹੈਗਾ, ਤੇ ਉਸ ਦਾਇਰੇ ਵਿੱਚ ਰਹਿ ਕੇ ਅਸੀਂ ਸਾਰੇ ਜਿਹੜੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਅਸੀਂ ਸਰਕਾਰਾਂ ਤੋਂ ਡਿਮਾਂਡ ਵੀ ਕਰਦੇ ਸਾਡੇ ਵਾਸਤੇ ਇਹ ਪਾਲਿਸੀ ਬਣਾਓ, ਬੋਲ ਸਕਦੇ ਹਾਂ। ਯੈਸ, ਸੋ ਬਹੁਤ ਸਾਰੀ ਚੀਜ਼ਾਂ ਹੈ। ਅੱਛਾ, ਤੁਸੀਂ ਕਿਹਾ ਕਿ ਇਹ ਸਾਰਾ ਕੁਝ ਇੰਨਾ ਸੌਖਾ ਨਹੀਂ ਮਿਲਿਆ, ਮੁਸ਼ਕਲਾਂ ਬਹੁਤ ਆਈਆਂ। ਤੁਹਾਡੀ ਕਹਾਣੀ ਜਦੋਂ ਸੁਣਦੇ ਆ ਜਾਂ ਆਪਾਂ ਹੁਣ ਵੀ ਗੱਲ ਕਰਦੇ ਸੀ ਤਾਂ ਮੈਨੂੰ ਸੁਣ ਕੇ ਵੀ ਲੱਗਿਆ ਕਿ ਯਾਰ ਵਾਕਈ ਮੁਸ਼ਕਲਾਂ ਆਈਆਂ। ਤੁਹਾਡੇ ਬੈਕਗ੍ਰਾਉਂਡ ਬਾਰੇ ਜਾਊਂਗਾ ਮੈਂ, ਥੋੜਾ ਤੁਹਾਡੇ ਪਰਿਵਾਰ ਬਾਰੇ ਜਾਣਨਾ ਚਾਹੂੰਗਾ। ਪਰਿਵਾਰ ਕਿੱਥੇ ਜਨਮ ਹੁੰਦਾ ਤੇ ਖੁਦ ਨੂੰ ਮਹਿਸੂਸ ਕਦੋਂ ਹੁੰਦਾ, ਖੁਦ ਨੂੰ ਪਤਾ ਕਦੋਂ ਲੱਗਦਾ ਕਿ ਹਾਂ ਕੁਦਰਤ ਨੇ ਮੈਨੂੰ ਆਮ ਇਨਸਾਨ ਦੇ ਨਾਲੋਂ ਅਲੱਗ ਬਣਾਇਆ? ਮੇਰਾ ਜਨਮ ਤਾਂ ਉੱਤਰਾਖੰਡ ਵਿੱਚ ਹੋਇਆ ਸੀਗਾ। ਓਕੇ। ਸਿਰਫ ਜਨਮ ਹੀ ਹੋਇਆ, ਉਸ ਤੋਂ ਬਾਅਦ ਮੇਰੇ ਜਨਮ ਤੋਂ ਬਾਅਦ ਮੇਰੇ ਫਾਦਰ ਸਾਹਿਬ, ਅਸੀਂ ਚੰਡੀਗੜ੍ਹ ਸ਼ਿਫਟ ਹੋ ਗਏ ਸੀ। ਮੇਰੇ ਫਾਦਰ ਸਾਹਿਬ ਸਾਨੂੰ ਮਤਲਬ ਫੈਮਿਲੀ ਨੂੰ ਲੈ ਕੇ ਚੰਡੀਗੜ੍ਹ ਆ ਗਏ ਸੀਗੇ। ਇਹ 1970 ਦੀ ਗੱਲ ਹੋਣੀ, ਕਿਉਂਕਿ 70 ਵਿੱਚ ਮੇਰਾ ਜਨਮ ਹੋਇਆ ਸੀਗਾ। ਤੇ ਉਸੇ ਟਾਈਮ में ਫਿਰ ਯੂਨੀਵਰਸਿਟੀ 'ਚ ਉਹਨਾਂ ਨੂੰ ਜੌਬ ਮਿਲ ਗਈ ਸੀ। ਪੰਜਾਬ ਯੂਨੀਵਰਸਿਟੀ 'ਚ ਫਾਦਰ ਸੀ, ਮਦਰ ਸੀ, ਬ੍ਰਦਰ ਸਿਸਟਰ ਵਗੈਰਾ ਸੀ। ਉਸ ਤੋਂ ਬਾਅਦ ਅਸੀਂ ਚੰਡੀਗੜ੍ਹ ਹੀ ਰਹੇ। ਮੈਂ ਚੰਡੀਗੜ੍ਹ ਛੱਡ ਕੇ ਕਦੀ ਵੀ ਨਹੀਂ ਗਈ, ਕਿਉਂਕਿ ਚੰਡੀਗੜ੍ਹ ਮੇਰਾ ਕਰਮ ਸਥਲੀ ਹੈ। ਮਤਲਬ ਇੱਥੇ ਹੀ ਮੈਂ ਬਹੁਤ ਕੁਝ ਦਿੱਤਾ ਚੰਡੀਗੜ੍ਹ ਨੇ, ਦਿੱਤਾ ਮੈਨੂੰ। ਮੈਂ ਸੰਘਰਸ਼ ਵੀ ਇੱਥੇ ਹੀ ਕੀਤਾ, ਲੋਕਾਂ ਨਾਲ ਲੜੀ ਹੈ। ਮੈਂ ਛੱਡ ਕੇ ਨਹੀਂ ਗਈ ਸ਼ਹਿਰ ਨੂੰ। ਜਿੰਨਾ ਮਰਜ਼ੀ ਵਿਤਕਰਾ ਹੋਇਆ ਮੇਰੇ ਨਾਲ, ਪ੍ਰੋਬਲਮਸ ਆਈਆਂ, ਮੈਂ ਛੱਡ ਕੇ ਨਹੀਂ ਗਈ। ਮੈਂ ਮੈਦਾਨ ਛੱਡ ਕੇ, ਮਤਲਬ ਮੈਨੂੰ ਲੱਗਦਾ ਸੀ ਜੇ ਮੈਂ ਇੱਥੇ ਛੱਡ ਕੇ ਗਈ ਦੂਸਰੇ ਸ਼ਹਿਰ 'ਚ ਜਾ ਕੇ ਮੈਂ ਆਪਣੇ ਆਪ ਨੂੰ ਕਹਾਂ ਮੈਂ ਹਿਜੜਾ ਹਾਂ, ਮੈਂ ਟਰਾਂਸਜੈਂਡਰ, ਮੇਰਾ ਨਾਲ ਇਹ ਹੋਇਆ ਉਹ ਹੈ, ਉਹਦਾ ਕੋਈ ਫਾਇਦਾ ਨਹੀਂ। ਜੇ ਬਦਲਣਾ ਹੈ ਤੇ ਆਪਣੇ ਸ਼ਹਿਰ ਨੂੰ ਬਦਲਣਾ ਸੀਗਾ, ਆਪਣੀ ਪਹਿਚਾਣ ਨਾਲ ਸ਼ਹਿਰ ਨੂੰ ਹੀ ਬਦਲਣਾ ਸੀ, ਇਹਦੇ ਸੋਚ ਨੂੰ ਬਦਲਣਾ ਸੀ, ਜੋ ਕਿ ਮੈਂ ਉਸ ਵਿੱਚ ਕਾਮਯਾਬ ਰਹੀ ਹਾਂ। ਕਾਮਯਾਬ ਮੰਨਦੇ ਹੋ? ਯੈਸ। ਤੇ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਮੈਂ ਟਰਾਂਸਜੈਂਡਰ ਹਾਂ, ਜਾਂ ਤੁਹਾਡੇ ਮਦਰ ਨੂੰ ਜਾਂ ਤੁਹਾਡੇ ਫਾਦਰ ਨੂੰ ਮਹਿਸੂਸ ਹੁੰਦਾ, ਪਤਾ ਲੱਗਦਾ ਕਿ ਸਾਡਾ ਬੱਚਾ ਇਹ ਜਿਹੜਾ ਹੈਗਾ ਇਹ ਟਰਾਂਸਜੈਂਡਰ ਹੈਗਾ, ਉਹਨਾਂ ਦਾ ਕੀ ਰਿਐਕਸ਼ਨ ਆਉਂਦਾ, ਉਹਨਾਂ ਦਾ ਕੀ ਫੀਲ ਹੁੰਦਾ, ਜਾਂ ਤੁਹਾਨੂੰ ਇੱਕ ਬੱਚੇ ਦੇ ਮਨ ਦੇ ਉੱਪਰ ਕੀ ਫੀਲ ਹੁੰਦਾ? बचपन तो ही पूत के पाँव पालने में नज़र आ जाते हैं ना, तो ਮਾਂ ਨੂੰ ਤਾਂ ਪਤਾ ਹੁੰਦਾ, ਮਾਂ ਬਾਪ ਨੂੰ ਪਤਾ ਹੁੰਦਾ। 5 ਸਾਲ ਦੀ ਉਮਰ 'ਚ ਜਦੋਂ ਮੇਰਾ ਮੁੰਡਨ ਹੋਣਾ ਸੀਗਾ ਤੇ ਮੈਂ ਮਨਾ ਕਰਤਾ ਵੀ ਮੁੰਡਨ ਨਹੀਂ ਕਰਵਾਉਣਾ ਮੈਂ, ਕਿਉਂਕਿ ਮੈਂ ਆਪਣੇ ਆਪ ਨੂੰ ਕੁੜੀ ਮੰਨਦੀ ਸੀਗੀ। ਤੇ ਮੇਰੇ ਲੰਬੇ ਵਾਲ ਸੀ ਕਾਫੀ, ਮੇਰੇ ਪੀਠ ਤੱਕ ਕਾਫੀ ਲੰਬੇ ਵਾਲ, ਤੇ ਮੈਨੂੰ ਲੱਗਦਾ ਸੀ ਕਿ ਮੇਰੇ ਵਾਲ ਕਟਵਾ ਦੇਣਗੇ। ਸਾਡੇ ਪਿਆਰ ਸੀ ਵਾਲਾਂ ਦੇ ਨਾਲ। ਹਿੰਦੂਆਂ ਵਿੱਚ ਇੱਕ ਰੀਤ ਹੈਗੀ ਮੁੰਡਨ ਦਾ, ਤੇ ਮੁੰਡਨ ਦਾ ਜਦੋਂ ਮੈਨੂੰ ਮੇਰੇ ਵਾਲ ਕੱਟਣ ਵਾਸਤੇ ਲੈ ਕੇ ਗਏ ਤੇ ਮੈਂ ਬਹੁਤ ਰੋਈ ਕਿ ਮੈਂ ਨਹੀਂ ਕਟਵਾਉਣਾ, ਤੇ ਮੈਨੂੰ ਜ਼ਬਰਦਸਤੀ ਮੇਰੇ ਵਾਲ ਕੱਟ ਦਿੱਤੇ। ਤੇ ਮੈਂ ਕਿਹਾ ਮੈਂ ਤਾਂ ਕੁੜੀ ਹਾਂ। ਉਹਨਾਂ ਨੇ ਕੋਈ ਨਹੀਂ ਮੰਨਿਆ, ਉਹਨਾਂ ਨੇ ਮਤਲਬ ਮਖੌਲ ਬਣਾਇਆ, ਮੇਰਾ ਮਜ਼ਾਕ ਕੀਤਾ, ਹੱਸੀ ਮਜ਼ਾਕ 'ਚ ਟਾਲ ਦਿੱਤਾ। ਫਿਰ ਕੱਪੜੇ ਜਿਹੜੇ ਮੈਨੂੰ ਲੈ ਕੇ ਆਏ ਸੀਗੇ ਉਹ ਮੈਂ ਪਾਏ ਨਹੀਂ। ਮੈਂ ਕਿਹਾ ਮੈਂ ਫਰੋਕ ਪਾਣੀ ਆ, ਤੇ ਮੈਂ ਉਸ ਕੱਪੜੇ ਉਹ ਮੁੰਡੇ ਵਾਲੇ ਲੈ ਕੇ ਆਏ ਸੀਗੇ, ਲੇਕਿਨ ਮੈਂ ਪਾਏ ਨਹੀਂ ਉਹ। ਸੋ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਮੇਰੇ ਵਾਸਤੇ ਫਿਰ ਫਰੋਕ ਲੈ ਕੇ ਆਏ। ਫਰੋਕ ਪਾਈ ਮੈਂ ਆਪਣੇ ਮੁੰਡਨ ਤੋਂ ਬਾਅਦ। ਉਸ ਤੋਂ ਬਾਅਦ ਸਕੂਲ ਜਦੋਂ ਚ ਮੈਂ ਐਡਮਿਸ਼ਨ ਹੋਇਆ 6 ਸਾਲ ਦੀ ਉਮਰ 'ਚ, ਸਕੂਲ ਵਿੱਚ ਵੀ ਮੈਨੂੰ ਕਨਫਿਊਜ਼ਨ ਹੋ ਗਈ ਕਿ ਵੀ ਵਾਸ਼ਰੂਮ ਤਾਂ 2 ਹੈਗੇ, ਤੇ ਮੈਂ ਇਹ ਨਹੀਂ ਸੋਚਿਆ ਕਿ 2 ਕਿਉਂ ਹੈ। ਠੀਕ ਹੈ, ਪਰ ਜਿੱਥੇ ਕੁੜੀਆਂ ਜਾ ਰਹੀ ਸੀ ਆਪਣੇ ਇੱਕ ਸਹਿਜ ਪ੍ਰਵਿਰਤੀ ਹੁੰਦੀ ਨਾ, ਸੁਭਾਅ ਹੁੰਦਾ, ਸੋ ਮੈਂ ਉਹਨਾਂ ਦੇ ਨਾਲ ਹੀ ਅੱਗੇ ਅੰਦਰ ਚਲੇ ਗਈ। ਜਦੋਂ ਅੰਦਰ ਗਈ ਤੇ ਅਟੈਂਡੈਂਟ ਨੇ ਮੈਨੂੰ ਬਾਹਰ ਕੱਢ ਦਿੱਤਾ ਕਿ ਵੀ ਨਹੀਂ ਤੁਸੀਂ ਮੁੰਡਿਆਂ ਵਾਲੇ 'ਚ ਜਾਓ, ਕਿਉਂਕਿ ਘਰ ਵਾਲੇ ਨੇ ਨਿੱਕਰ ਪਾ ਕੇ ਭੇਜਿਆ ਸੀ, ਮੁੰਡਿਆਂ ਵਾਲਾ ਡਰੈਸ, ਤੇ ਮੈਨੂੰ ਬਾਹਰ ਕੱਢ ਕੇ ਭੇਜ ਦਿੱਤਾ। ਉਸ ਤੋਂ ਬਾਅਦ ਕਾਫੀ ਸਾਰੀ ਬੁਲੀ ਹੈਰੈਸਮੈਂਟ, ਛੋਟੀਆਂ ਜਿਹੜੀਆਂ ਹੁੰਦੇ ਬੱਚਿਆਂ ਵਿੱਚ ਆਪਸ 'ਚ ਬੁਲੀ ਹੁੰਦੀ, ਹੈਰੈਸਮੈਂਟ ਹੁੰਦਾ, ਮਜ਼ਾਕ ਖਾਂਦੇ, ਛੱਕਾ ਜਿਹੜਾ ਇਦਾਂ ਦੇ ਸ਼ਬਦ ਮਤਲਬ ਉਹ ਵਰਤੇ ਗਏ ਤੁਹਾਡੇ ਨਾਲ? 7 ਸਾਲ ਦੀ ਉਮਰ 'ਚ ਮੈਨੂੰ ਫਿਰ ਕਾਫੀ ਜ਼ਿਆਦਾ ਸਟਰੋਂਗ ਫੀਲਿੰਗ ਹੋਣਾ ਸ਼ੁਰੂ ਹੋ ਗਿਆ, ਮਤਲਬ ਆਪਣੇ ਆਪ ਨੂੰ ਕਨਫਿਊਜ਼ਨ ਹੋਣਾ ਸ਼ੁਰੂ ਹੋ ਗਿਆ। ਤੇ ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਨੂੰ ਲੱਗਦਾ ਮੈਂ ਕੁੜੀ ਹਾਂ,
ਮੈਨੂੰ ਅੰਦਰੋਂ ਮਹਿਸੂਸ ਹੁੰਦਾ ਹੈ। ਤੇ ਮਾਂ ਨੇ ਫਿਰ ਮੇਰੇ ਫਾਦਰ ਨਾਲ ਗੱਲ ਕੀਤੀ ਤੇ ਫਾਦਰ ਸਾਹਿਬ ਨੇ ਇੱਕ ਪੰਡਤ ਤੇ ਇੱਕ ਤਾਂਤਰਿਕ ਨਾਲ ਗੱਲ ਕੀਤੀ ਤੇ ਤਾਂਤਰਿਕ ਕਹਿੰਦਾ ਇਹਦੇ ਅੰਦਰ ਕੋਈ ਚੁੜੈਲ ਆ ਗਈ ਹੈ, ਪ੍ਰੇਤ ਆਤਮਾ ਆ ਗਈ ਹੈ, ਸੋ ਪ੍ਰੇਤ ਆਤਮਾ ਨੂੰ ਬਾਹਰ ਕੱਢਣਾ ਪੈਣਾ। ਅੱਛਾ। ਤੇ ਮੈਨੂੰ ਫਿਰ ਇੱਕ ਤਾਂਤਰਿਕ ਕੋਲ ਲੈ ਕੇ ਗਏ। ਉਹ ਰਾਤ ਨੂੰ, ਕਿ ਜਿਹੜੀ ਤੰਤਰ ਮੰਤਰ ਵਿਦਿਆ ਹੁੰਦੀ ਨਾ, ਇਹ ਰਾਤ ਨੂੰ ਹੀ ਜ਼ਿਆਦਾ ਲੋਕ ਕਰਦੇ ਹੈ ਜੀ ਬਿਲਕੁਲ, 11-12 ਵਜੇ ਤੋਂ ਬਾਅਦ। ਹਾਂਜੀ। ਤੇ ਰਾਤ ਨੂੰ ਲੈ ਕੇ ਗਏ ਤੇ ਜਦੋਂ ਉਹਨਾਂ ਨੇ ਇੱਕ ਹਵਨ ਕੁੰਡ ਜਿਹਾ ਸੀਗਾ ਉਹਨੇ ਬਣਾਇਆ ਜਿਹਾ ਸੀਗਾ, ਤੇ ਮਤਲਬ ਖੁੰਖਾਰ ਜਿਹਾ ਲੱਗਦਾ ਸੀ, ਖਤਰਨਾਕ ਜਿਹਾ। ਸੋ ਉਹਨੇ ਮੰਤਰ ਵਗੈਰਾ ਪੜ੍ਹਨਾ ਸ਼ੁਰੂ ਕੀਤਾ, ਧੂਣੀ ਜੀ ਲਗਾਤੀ ਤੇ ਜ਼ੋਰ ਜ਼ੋਰ ਦੇ ਚਿੱਲਾਣਾ ਸ਼ੁਰੂ ਕਰਤੇ ਵੀ। ਤੇ ਨਾਲੇ ਮੈਨੂੰ ਉਹ ਜਿਹੜੀ ਭਭੂਤ ਸੀਗੀ ਮੇਰੇ ਉੱਪਰ ਸੁੱਟਣਾ ਸ਼ੁਰੂ ਕੀਤਾ ਕਿ ਵੀ। ਕਿੰਨੀ ਉਮਰ ਸੀ ਤੁਹਾਡੀ? 7 ਸਾਲ ਦੀ ਉਮਰ। 7 ਸਾਲ। ਤੇ ਮੈਨੂੰ ਇਸ਼ਾਰਾ ਕਰਕੇ ਕਹਿਣ ਲੱਗਾ ਵੀ ਛੱਡ ਕੇ ਚਲੀ ਜਾ, ਜਿੱਥੋਂ ਆਈ ਹੈ ਤੂੰ, ਜਿੱਥੋਂ ਵੀ ਤੂੰ ਆਈ ਹੈ ਚਲੇ ਜਾ ਇੱਥੋਂ, ਬੱਚੇ ਨੂੰ ਛੱਡ ਦੇ। ਬਹੁਤ ਦੇਰ ਤੱਕ ਉਹ ਚਿল্ਲਾਉਂਦਾ ਰਿਹਾ। ਮੈਂ ਕਿ ਮੈਨੂੰ ਕਿਉਂ ਕਹਿ ਰਿਹਾ, ਮੈਂ ਕਿਸ ਨੂੰ ਛੱਡ ਕੇ ਜਾਵਾਂ, ਹੈ ਨਾ, ਆਪਣਾ ਸਰੀਰ ਹੈ, ਮੈਂ ਮੇਰੀ ਆਤਮਾ ਤਾਂ ਮੈਨੂੰ ਛੱਡ ਕੇ ਨਹੀਂ ਜਾ ਸਕਦੀ। ਤਾਂ ਬੰਦਾ ਜਦ ਤੱਕ ਮਰੇ, ਤਦ ਤੱਕ ਮਰਦਾ ਨਹੀਂ, ਤਦ ਤੱਕ ਕਿਵੇਂ ਛੱਡ ਕੇ ਜਾਵਾਂ। ਬਿਲਕੁਲ। ਫਿਰ ਜਦੋਂ ਮੈਂ ਕੁਛ ਨਹੀਂ ਬੋਲਿਆ, ਉਹਨੇ ਚਿਮਟਾ ਕਰਿਆ, ਜਿਹੜਾ ਚਿਮਟਾ ਧੂਣੀ ਦੇ ਅੰਦਰ ਲਗਾਇਆ ਸੀ, ਗਰਮ ਚਿਮਟਾ, ਉਹਨੇ ਕੱਢਿਆ ਤੇ ਮੇਰੇ ਉੱਪਰ ਮਾਰਨਾ ਸ਼ੁਰੂ ਕਰ ਚਿਮਟੇ ਨਾਲ, ਮਤਲਬ ਗਰਮ ਚਿਮਟੇ ਦੇ ਨਾਲ ਮਾਰਿਆ ਗਿਆ ਤੇ ਮੇਰੇ ਹਜੇ ਵੀ ਨਿਸ਼ਾਨ ਹੈਗੇ ਸਰੀਰ ਤੇ। ਅੱਛਾ। ਸੋ ਉਹ ਜਦੋਂ ਮਾਰਿਆ ਮੈਨੂੰ ਤੇ ਇੰਨਾ ਦਰਦ ਹੋਣਾ ਸ਼ੁਰੂ ਹੋਇਆ, ਜਿਹੜੇ ਛਾਲੇ ਪੈ ਗਏ ਮੋਟੇ। ਤੁਹਾਡੇ ਫਾਦਰ ਨੇ ਨਹੀਂ ਰੋਕਿਆ ਕਿ ਯਾਰ ਮੇਰੀ ਬੱਚੇ ਨੂੰ, ਮੇਰੀ ਚਾਹੇ ਬੇਟੀ ਆ ਚਾਹੇ ਬੇਟਾ, ਉਹ ਵੱਖ ਗੱਲ ਹੈਗੀ ਕਿ ਮੇਰਾ ਬੱਚਾ ਹੈਗਾ, ਇਸ ਨੂੰ ਇਸ ਤਰ੍ਹਾਂ ਦੇ ਨਾਲ ਫਿਜ਼ੀਕਲੀ ਤੁਸੀਂ ਟੌਰਚਰ ਕਰ ਰਹੇ ਹੋ ਤੁਸੀਂ? ਇਹ ਮੈਂ ਮੰਮੀ ਨੂੰ ਕਿਹਾ, ਮੈਂ ਮੰਮੀ ਦੇ ਗੋਦ ਉੱਠ ਕੇ ਫਟਾਫਟ ਭੱਜੀ ਤੇ ਮੰਮੀ ਦੇ ਗੋਦ 'ਚ ਚਲੇ ਗਈ ਤੇ ਉਹਨਾਂ ਨੇ ਫਟਾਫਟ ਉਠਾ ਕੇ ਮੈਨੂੰ ਫਿਰ ਉੱਥੇ ਬਿਠਾਤਿਆ। ਮੰਮੀ ਫਾਦਰ ਪੇਰੈਂਟਸ ਕਹਿੰਦੇ ਵੀ ਕੋਈ ਨਾ, ਥੋੜੀ ਦੇਰ ਦਾ ਦਰਦ ਹੈਗਾ, ਉਸ ਤੋਂ ਬਾਅਦ ਠੀਕ ਹੋ ਜਾਣਾ ਤੂੰ, ਹੈ ਨਾ। ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹਦੇ ਉੱਪਰ ਕੋਈ ਚੁੜੈਲ ਆ ਗਈ। ਔਰ ਇੱਕ ਅੰਧ ਵਿਸ਼ਵਾਸ ਵੀ ਸੀਗਾ ਕਿ ਕੋਈ ਚੁੜੈਲ ਇਹਨੂੰ ਉਠਾ ਕੇ ਨਾ ਲੈ ਜਾਏ, ਅੰਦਰੋਂ ਕੋਈ ਭੂਤ ਪ੍ਰੇਤ ਜਿਹੜੀ ਹੁੰਦੀ ਆ, ਇਹਨੂੰ ਇਸ ਇਨਸਾਨ ਨੂੰ ਕੋਈ ਨੁਕਸਾਨ ਨਾ ਕਰੇ। ਤੇ ਉਹਨਾਂ ਨੂੰ ਲੱਗਦਾ ਸੀ ਮੇਰਾ ਬੱਚਾ ਹੈ, ਉਹਨਾਂ ਨੂੰ ਫਿਕਰ ਸੀਗਾ ਕਿ ਸਾਡਾ ਬੱਚਾ ਹੈ ਤੇ ਉਹ ਚਾਹੁੰਦੇ ਸੀ ਠੀਕ ਹੋ ਜਾਏ। ਲੇਕਿਨ ਅਨਪੜ੍ਹ ਜਨਤਾ ਹੈ ਨਾ ਜਿਹੜੀ, ਉਹ ਫਿਰ ਜਿੱਦਾਂ ਦੇ ਉਹਨਾਂ ਦੇ ਹੈਗੇ ਵਿਸ਼ਵਾਸ, ਅੰਧ ਵਿਸ਼ਵਾਸ ਜਿਹੜੇ ਆ, ਉਸ ਦੇ ਅਕੋਰਡਿੰਗ ਚੱਲਦੇ ਹੈ। ਪਰ ਉਹ ਚਾਹੁੰਦੇ ਸੀ ਠੀਕ ਹੋ ਜਾਵੇ, ਪਰ ਉਹਨਾਂ ਦਾ ਜਿਹੜਾ ਤਰੀਕਾ ਸੀ ਉਹ ਗਲਤ ਸੀਗਾ। ਜੇ ਉਹ ਡਾਕਟਰ ਕੋਲ ਜਾਂਦੇ, ਸਾਈਕੈਟਰਿਸਟ ਕੋਲ ਜਾਂਦੇ, ਹੋ ਸਕਦਾ ਉਹਨਾਂ ਨੂੰ ਕੋਈ ਸਹੀ ਗਾਈਡ ਕਰਦਾ ਹੁੰਦਾ। ਪੀਜੀਆਈ ਨੇੜੇ ਸੀਗਾ ਨਾ, ਪੀਜੀਆਈ ਵਿੱਚ ਸਾਈਕੈਟਰਿਸਟ ਡਿਪਾਰਟਮੈਂਟ ਹੈਗੀ। ਸੋ ਉਹ ਮੈਂ ਬਾਅਦ 'ਚ ਦੱਸਾਂਗੀ ਵੀ ਇੱਕ ਵਾਰੀ ਪੀਜੀਆਈ ਵੀ ਗਏ ਸੀ ਅਸੀਂ ਬਾਅਦ 'ਚ, ਉਹ ਕਿਸੇ ਹੋਰ ਵਾਸਤੇ ਗਏ ਸੀਗੇ ਤੇ ਡਾਕਟਰ ਕਹਿੰਦਾ ਕਿ ਵੀ ਸੇਮ ਉਸੀ ਵੀ ਜਿਸ ਤਰ੍ਹਾਂ ਮੇਰੇ ਨਾਲ ਹੋਇਆ ਸੀਗਾ। ਤੇ ਪੇਰੈਂਟਸ ਕਹਿੰਦੇ ਬੱਚੇ ਨੂੰ ਵੀ ਇਹ ਸਾਡੇ ਬੱਚੇ ਨੂੰ ਠੀਕ ਕਰ ਦਿਓ, ਇਹ ਆਪਣੇ ਆਪ ਨੂੰ ਕੁੜੀ ਮੰਨਦਾ ਹੈ। ਇਹ 2014 ਦੀ ਗੱਲ ਹੋਣੀ। ਤੇ ਡਾਕਟਰ ਹੱਸਣ ਲੱਗਾ। ਡਾਕਟਰ ਕਹਿੰਦਾ ਠੀਕ ਤਾਂ ਤੁਸੀਂ ਹੋਣਾ, ਬੱਚਾ ਤਾਂ ਠੀਕ ਹੈਗਾ, ਕੁਦਰਤ ਨੇ ਜਿੱਦਾਂ ਨੂੰ ਬਣਾਇਆ ਹੈ ਨਾ, ਇਹ ਉਸੇ ਤਰ੍ਹਾਂ ਹੀ ਕਰੇਗਾ। ਤੁਸੀਂ ਜਿੰਨਾ ਮਰਜ਼ੀ ਕਨਵਰਟ ਕਰਨ ਦੀ ਕੋਸ਼ਿਸ਼ ਕਰੇ, ਇਹ ਕਦੀ, ਇਹ ਕੋਈ ਬਿਮਾਰੀ ਨਹੀਂ ਹੈ ਕਹਿੰਦੇ, ਇਹ ਕੁਦਰਤ ਨੇ ਏਦਾਂ ਹੀ ਬਣਾਇਆ ਹੈ, ਇਸੇ ਤਰ੍ਹਾਂ ਰਹੇਗਾ ਬੱਚਾ। ਅੱਛਾ ਧਨੰਜੇ, ਜਦੋਂ ਤੁਸੀਂ ਸਕੂਲ ਦੇ ਵਿੱਚ ਤੁਸੀਂ ਦੱਸ ਰਹੇ ਸੀਗੇ ਮਜ਼ਾਕ ਦਾ ਪਾਤਰ ਵੀ ਬਣਨਾ ਪਿਆ, ਬੱਚਿਆਂ ਨੇ ਛੇੜਨਾ, ਸ਼ੱਕਾ ਤੱਕ ਕਹਿ ਦੇਣਾ, ਹਿਜੜਾ ਤੱਕ ਹੈ ਨਾ ਕਹਿ ਦੇਣਾ, ਫਿਰ ਕਿਤੇ ਮਾਂ ਦੀ ਗੋਦੀ ਦੇ ਵਿੱਚ ਵੜ ਕੇ ਰੋਏ, ਕਿਤੇ ਰੋਣਾ ਆਇਆ ਕਿ ਯਾਰ ਮੈਨੂੰ ਏਦਾਂ ਕਿਉਂ, ਮੇਰੇ ਨਾਲ ਭੇਦਭਾਵ ਕਿਉਂ? ਇਹ ਤਾਂ ਹੁੰਦਾ ਹੀ ਹੈ। ਦੇਖੋ ਸਭ ਤੋਂ ਜਿਹੜੀ ਨਜ਼ਦੀਕ ਜਿਹੜੀ ਹੁੰਦੀ ਹੈ, ਕੋਲ ਜਿਹੜੇ ਹੁੰਦੇ, ਜਿਹੜਾ ਪਿਆਰ ਅਸੀਂ ਲੱਭਦੇ ਹਾਂ, ਉਹ ਮਾਂ ਦਾ ਆਂਚਲ ਹੁੰਦਾ ਹੈ। ਮਾਂ ਦੇ ਕੋਲ ਤਾਂ ਜਾਂਦੇ ਹੀ ਹੈ, ਕਿਉਂਕਿ ਮਾਂ ਸਮਝਦੀ ਵੀ ਹੈ। ਮਾਂ ਨੇ ਮੈਨੂੰ ਇੱਕ ਵਾਰੀ ਸੁਸਾਈਡ ਕਰਨ ਤੋਂ ਬਚਾਇਆ ਵੀ ਸੀਗਾ, ਵੀ ਮਾਂ ਨੇ ਹੀ ਸਮਝਾਇਆ ਸੀਗਾ ਮੈਨੂੰ। ਸੁਸਾਈਡ ਕਰ ਰਹੀ ਸੀ? ਮੈਂ 10ਵੀਂ 'ਚ ਸੀਗੀ ਜਦੋਂ ਮੈਂ ਕਾਫੀ ਡਿਪਰੈਸ਼ਨ 'ਚ ਚਲੀ ਗਈ ਸੀ, ਮੈਨੂੰ ਜੈਂਡਰ ਡਿਸਫੋਰੀਆ ਹੋ ਗਿਆ ਸੀਗਾ। ਸੋ ਬੜੀ ਐਨਜ਼ਾਈਟੀ, ਡਿਪਰੈਸ਼ਨ ਵਿੱਚ ਜਾ ਕੇ ਮੈਂ ਸੋਚਿਆ ਕਿ ਮੈਂ ਆਪਣੇ ਆਪ ਨੂੰ ਖ਼ਤਮ ਕਰ ਦੇਵਾਂ। ਵੈਸੇ ਤਾਂ ਹੁਣ ਵੀ ਕਈ ਵਾਰੀ ਬਹੁਤ ਜ਼ਿਆਦਾ ਡਿਪਰੈਸ਼ਨ ਮੈਂ ਹੁੰਦੇ, ਕਈ ਵਾਰੀ ਹੈ ਤਾਂ ਮੈਂ ਇਨਸਾਨ ਹੀ ਨਾ। ਬਿਲਕੁਲ। ਕਿਉਂਕਿ ਸੁਸਾਇਟੀ ਤੋਂ ਜਦੋਂ ਕੁਛ ਮਿਲਦਾ ਨਹੀਂ, ਜਾਂ ਸਰਕਾਰ ਤੋਂ ਕੁਝ ਕਈ ਵਾਰੀ ਚੀਜ਼ਾਂ ਹੁੰਦੀਆਂ ਕਿ ਆਊਟ ਆਫ ਕੰਟਰੋਲ ਹੋ ਜਾਂਦਾ ਆਪਣੀ ਬੋਡੀ, ਤੇ ਸੋਚਦਾ ਇਨਸਾਨ ਮੈਂ ਡਿਪਰੈਸ਼ਨ 'ਚ ਚਲਾ। ਲੇਕਿਨ ਫਿਰ ਮੈਂ ਉਹ ਹਾਲਤ ਹੁਣ ਨਹੀਂ ਹੈ, ਕਿਉਂਕਿ ਮੈਂ ਹੁਣ ਮੈਚਿਓਰ ਹੋ ਗਈ ਹਾਂ, ਮੈਨੂੰ ਪਤਾ ਕਿੱਦਾਂ ਲੜਨਾ ਹੈ ਨਾ। ਹੁੰਦਾ ਥੋੜੀ ਦੇਰ ਵਾਸਤੇ, ਲੇਕਿਨ ਮੈਂ ਉਸ ਤੋਂ ਬਾਹਰ ਆ ਜਾਂਦੀ। ਲੇਕਿਨ ਉਸ ਸਮੇਂ ਮੈਨੂੰ ਸਮਝਾਉਣ ਵਾਲਾ ਕੋਈ ਸੀਗਾ ਨਹੀਂ। ਮੈਂ ਆਪਣੇ ਪੱਖੇ 'ਚ ਰੱਸੀ ਬੰਨੀ ਤੇ ਗਲੇ 'ਚ ਪਾ ਕੇ, ਤੇ ਮੈਂ ਜਿੱਦਾਂ ਹੀ
ਆਪਣੇ ਗਲੇ 'ਚ ਪਾਇਆ ਤੇ ਦਰਵਾਜ਼ਾ ਬੰਦ ਨਹੀਂ ਸੀਗਾ ਤੇ ਮੇਰੀ ਮਦਰ ਨੇ ਇੱਕਦਮ ਖੋਲ੍ਹਿਆ, ਉਹਨਾਂ ਨੂੰ ਆਵਾਜ਼ ਆਈ ਉੱਥੇ ਬੈੱਡ ਦੇ ਮਤਲਬ ਮੰਜੇ ਦੇ ਉੱਪਰ ਚੇਅਰ ਰੱਖਣ ਦੀ। ਸੋ ਇੱਕਦਮ ਉਹਨਾਂ ਨੇ ਵੈਸੇ ਹੀ ਚੈੱਕ ਕਰਨ ਆ ਗਏ ਤੇ ਉਹਨੇ ਦੇਖਿਆ ਵੀ ਮੈਂ ਹਾਂ ਮੈਂ ਫਾਂਸੀ ਲਗਾ ਰਹੀ ਹਾਂ। ਤੇ ਉਹਨਾਂ ਨੇ ਇੱਕਦਮ ਰੌਲਾ ਪਾਤਾ ਤੇ ਮੈਨੂੰ ਉਤਾਰਿਆ ਤੇ ਮੈਨੂੰ ਥੱਪੜ ਮਾਰੇ, ਕੀ ਕਰ ਰਹੇ ਆ, ਕਿਆ ਹੈ। ਸੋ ਉਹਨਾਂ ਨੇ ਕਿਹਾ ਵੀ ਮੇਰੀ ਮਦਰ ਨੇ ਕਿਹਾ ਵੀ ਜੇ ਤੈਨੂੰ ਲੱਗਦਾ ਇੱਦਾਂ ਕੁਛ ਵੀ ਤੇ ਹੁਣ ਤੇ ਕੋਈ ਇੱਦਾਂ ਦੇ ਹਾਲਾਤ ਨਹੀਂ ਹੈ। मतलब मैं उन्होंने ये मैंने गाइड किया कि अभी तुम इस हालात में नहीं हो कि तुम अपने खुद डिसीजन ले सको, है ना। डिसीजन जे लेने हैं तो पहले पढ़ लिख लो, है ना। जब जेब ਤੁਹਾਡੀ ਭਾਰੀ ਹੋਏਗੀ, ਤੁਹਾਡੀ ਆਪਣੀ ਜੌਬ ਹੋਏਗੀ, ਪੈਸਾ ਹੋਏਗਾ ਤੇ ਆਪਣੇ ਡਿਸਾਈਡ ਕਰ ਲੈਣਾ ਜੋ ਕੁਝ ਕਰਨਾ ਹੈ ਨਾ। ਮੈਂ ਕਹਿੰਦਾ ਧਨੰਜੇ ਤੁਹਾਡੇ ਮਦਰ ਦੇ ਉਹ ਸ਼ਬਦ ਮੈਨੂੰ ਲੱਗਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਵੱਡਾ ਕੰਮ ਕੀਤੇ ਹੋਣਗੇ ਕਿ ਪਹਿਲਾਂ ਪੜ੍ਹ ਲਿਖ ਲਓ। ਇਸੀ ਵਜ੍ਹਾ ਦੇ ਨਾਲ ਤੁਸੀਂ ਪੋਸਟ ਗ੍ਰੈਜੂਏਸ਼ਨ ਕੀਤੀ, MA ਕੀਤੀ, ਹੋਰ ਕੋਰਸਿਸ ਤੁਸੀਂ ਨੇ ਕੀਤੇ। ਇਹ ਸ਼ਬਦਾਂ ਨੇ ਕਿੰਨਾ ਕੁ ਅਸਰ ਪਾਇਆ ਜ਼ਿੰਦਗੀ ਦੇ ਵਿੱਚ? ਤੇ ਮੈਂ ਫਿਰ ਉਸ ਤੋਂ ਬਾਅਦ +1 +2 ਮੈਂ 10th ਵੀ ਕਰ ਲਈ। +1 +2 ਗਵਰਨਮੈਂਟ ਕਾਲਜ ਸੈਕਟਰ 46 ਵਿੱਚ ਮੈਂ ਐਡਮਿਸ਼ਨ ਲਿੱਤੀ। ਉਸ ਤੋਂ ਬਾਅਦ ਯੂਨੀਵਰਸਿਟੀ ਵਿੱਚ ਮੈਂ ਟੌਪਰ ਵੀ ਰਹੀ। ਪੰਜਾਬ ਯੂਨੀਵਰਸਿਟੀ 93 ਵਿੱਚ ਮੈਂ BA ਆਨਰਸ ਕੀਤਾ। ਬੈਚ BA ਆਨਰਸ ਦੇ ਵਿੱਚ BA ਆਨਰਸ ਟੌਪਰ ਹੈ ਤੁਸੀਂ? ਯੈਸ। ਉਸ ਤੋਂ ਬਾਅਦ ਮੈਂ ਯੂਨੀਵਰਸਿਟੀ 'ਚ ਐਡਮਿਸ਼ਨ ਵੀ ਲਿੱਤੀ MA ਹਿਸਟਰੀ 'ਚ, ਕਿਉਂਕਿ ਮੈਂ ਹਿਸਟਰੀ 'ਚ ਹੀ ਆਨਰਸ ਕੀਤੀ ਸੀ। ਲੇਕਿਨ ਮੇਰੀ ਬਦਕਿਸਮਤੀ ਹੈ ਉਸ ਸਮੇਂ ਕਿ ਜਿਹੜੇ ਨਾਲ ਦੇ ਜਿਹੜੇ ਮੇਰੇ ਸਟੂਡੈਂਟਸ ਸੀਗੇ ਉਹਨਾਂ ਨੇ ਮੈਨੂੰ ਪੜ੍ਹਨ ਨਹੀਂ ਦਿੱਤਾ। ਉਹਨਾਂ ਨੇ ਕਾਫੀ ਸਾਰਾ ਵਿਤਕਰਾ ਕੀਤਾ, ਉਹਨਾਂ ਨੇ ਮਜ਼ਾਕ ਬਣਾਇਆ ਮੇਰਾ। ਮੈਨੂੰ ਖਿੱਚ ਕੇ ਨਾਲ ਹੀ ਪਿੱਛੇ ਜੰਗਲ ਜਿਹਾ ਸੀਗਾ, ਉੱਥੇ ਖਿੱਚ ਕੇ ਲੈ ਕੇ ਗਏ, ਮੈਨੂੰ ਕੱਪੜੇ ਖੋਲਣ ਦੀ ਕੋਸ਼ਿਸ਼ ਕੀਤੀ। ਮਤਲਬ ਸਟੂਡੈਂਟਸ ਨੇ ਯੂਨੀਵਰਸਿਟੀ 93 ਦੀ ਗੱਲ ਕਰ ਰਹੇ ਹੋ? 93 ਵਿੱਚ। ਓਕੇ। ਸੋ ਮੈਨੂੰ ਪੜ੍ਹਨ ਨਹੀਂ ਦਿੱਤਾ। ਮਤਲਬ ਉਹ ਸੋਚਦੇ ਸੀ ਵੀ ਖੁਸਰਾ ਹੈ ਤੇ ਕੁਝ ਵੀ ਕਰ ਸਕਦੇ ਹੈਗੇ ਇਹਦੇ ਨਾਲ। ਸੋ ਮੈਂ ਉੱਥੋਂ ਭੱਜ ਗਈ। PGI ਦੇ ਨਾਲ ਹੀ ਗੇਟ ਨੰਬਰ 1 ਹੈਗਾ। ਸੋ ਕਿਉਂਕਿ ਹਿਸਟਰੀ ਡਿਪਾਰਟਮੈਂਟ ਉਸੇ ਸਾਈਡ ਹੈਗਾ। ਬਿਲਕੁਲ। ਹਾਂਜੀ। ਉਧਰੋਂ ਮੈਂ ਬੈਕ ਸਾਈਡ ਜਦੋਂ ਕੈਂਟੀਨ ਹੈ, ਹੁਣ ਤਾਂ ਬੰਦ ਪਈਆਂ ਕੈਂਟੀਨਾਂ। ਉਸ ਟਾਈਮ ਉਹ ਕੰਟੀਨ ਨਹੀਂ ਸੀਗਾ, ਉੱਥੇ ਜੰਗਲ ਜਿਹਾ ਸੀਗਾ, ਮਤਲਬ ਉੱਪਰ ਉੱਚੀ ਝਾੜੀਆਂ ਸੀਗੀਆਂ, ਉਹਦੇ ਵਿੱਚ ਲੈ ਕੇ ਗਏ ਸੀ ਮੈਨੂੰ। ਮੈਂ ਉੱਥੋਂ ਕਿਸੇ ਤਰ੍ਹਾਂ ਭੱਜ ਗਈ ਤੇ ਗੇਟ ਨੰਬਰ 1 ਤੋਂ ਮੈਂ ਨਿਕਲ ਕੇ ਫਿਰ ਆਪਣੇ ਘਰ ਚਲੀ ਗਈ। ਉਸ ਤੋਂ ਬਾਅਦ 94 ਵਿੱਚ ਦੁਬਾਰਾ ਐਡਮਿਸ਼ਨ ਲਿੱਤੀ ਲਾਅ ਵਿੱਚ ਤੇ ਉਸ ਸਮੇਂ ਵੀ ਇਦਾਂ ਹੀ ਸੇਮ ਹੋਇਆ ਤੇ ਮੈਨੂੰ ਕਮਰੇ 'ਚ ਬੰਦ ਕਰਕੇ ਮੁੰਡਿਆਂ ਨੇ ਰੇਪ ਕਰਨ ਦੀ ਕੋਸ਼ਿਸ਼ ਕੀਤੀ ਉਸ ਸਮੇਂ। ਤੋਂ ਫਿਰ 2 ਸਾਲ ਦੇ ਵਿੱਚ ਮੀਨਸ 2 ਵਾਰ ਤੁਹਾਡੇ ਨਾਲ ਸੈਕਸ਼ੂਅਲੀ ਅਸੌਲਟ ਹੋਇਆ। ਫਿਰ ਉਸ ਤੋਂ ਬਾਅਦ ਮੈਂ ਛੱਡ ਦਿੱਤਾ ਪੜ੍ਹਾਈ। ਨਹੀਂ, ਮੈਨੂੰ ਤਾਂ ਜੇ ਤੁਹਾਡੇ ਵਿੱਚ ਹਿੰਮਤ ਹੈਗੀ, ਤੁਸੀਂ ਜੇ ਕਾਲਜ ਤੱਕ ਪਹੁੰਚੇ ਸੀ ਤਾਂ ਆਸ-ਪਾਸ ਦੇ ਲੋਕਾਂ ਦੇ ਨਾਲ ਲੜ ਕੇ ਪਹੁੰਚੇ ਸੀ, ਸਿਸਟਮ ਦੇ ਨਾਲ ਲੜ ਕੇ ਤੁਸੀਂ ਉਸ ਜਗ੍ਹਾ ਤੱਕ ਆਏ ਸੀ। ਜਦੋਂ ਤੁਹਾਡੇ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ ਗਈ 2 ਵਾਰੀ 93 94 ਦੇ ਵਿੱਚ, ਪੁਲਿਸ ਨੂੰ ਨਹੀਂ ਦੱਸਿਆ? ਉੱਥੋਂ ਨਹੀਂ ਇਨਸਾਫ ਦੀ ਉਮੀਦ ਸੀ ਤੁਹਾਨੂੰ? ਨਹੀਂ, ਉਸ ਸਮੇਂ ਦੇਖੋ ਪੁਲਿਸ ਦੇ ਕੋਲ ਉਸ ਸਮੇਂ ਇੰਨੀ ਹਿੰਮਤ ਨਹੀਂ ਸੀ ਜਾਣ ਦੀ, ਡਰ ਲੱਗਦਾ ਸੀ ਪੁਲਿਸ ਕੋਲ ਵੀ। ਤੇ ਪੁਲਿਸ ਦਾ ਕੋਈ ਧਿਆਨ ਵੀ ਆਇਆ ਨਹੀਂ। ਮੈਂ ਇੱਥੋਂ ਭੱਜ ਗਈ ਤੇ ਘਰ ਵਾਲਿਆਂ ਨੂੰ ਵੀ ਐਕਚੁਅਲੀ ਕੀ ਹੋਇਆ ਕਿ ਮੈਂ ਪੇਰੈਂਟਸ ਨੂੰ ਪਹਿਲੇ ਦੱਸਿਆ ਹੋਇਆ ਸੀਗਾ। 7 ਸਾਲ ਦੀ ਉਮਰ 'ਚ ਮੈਂ ਦੱਸਿਆ ਮੇਰੇ ਨਾਲ ਕੀ ਹੋਇਆ। ਉਹ ਮੈਨੂੰ ਕਨਵਰਜਨ ਥੈਰੇਪੀ ਵਾਸਤੇ ਤਾਂਤਰਿਕ ਕੋਲ ਲੈ ਕੇ ਗਏ। ਹੋਰ ਵੀ ਕਈ ਵਾਰੀ ਦੱਸਿਆ ਤੇ ਮੇਰੇ ਉੱਪਰ ਉਲਟਾ ਇਲਜ਼ਾਮ ਆਇਆ। ਸੋ ਉਹਨਾਂ ਨੇ ਮੇਰੇ ਫਾਦਰ ਸਾਹਿਬ ਕਹਿੰਦੇ ਪਹਿਲੇ ਆਪਣੇ ਆਪ ਨੂੰ ਠੀਕ ਕਰ ਲੈ ਨਾ, ਜਿਹੜੇ ਤੂੰ ਕੁੜੀਆਂ ਜਿਸ ਤਰ੍ਹਾਂ ਹਰਕਤਾਂ ਕਰਦਾ ਹੈ ਨਾ, ਉਹ ਹਟ ਜਾ, ਬੰਦਾ ਬਣ ਜਾ। ਉਹ ਮੁੰਡਾ ਸਮਝਦੇ ਰਹੇ ਤੁਹਾਡੇ ਫਾਦਰ ਸਾਹਿਬ ਤੁਹਾਨੂੰ? ਕਿਵੇਂ ਬੰਦਾ ਬਣ ਜੇ ਕੋਈ ਇਨਸਾਨ? ਜਦ ਕੁੜੀ ਹੈ ਤਾਂ ਉਹ ਬੰਦਾ ਨਹੀਂ ਬਣ ਸਕਦਾ ਨਾ। ਸਾਡੇ ਪੰਜਾਬ 'ਚ ਸਾਰਿਆਂ ਇਹੀ ਕਹਿੰਦੇ ਹਮੇਸ਼ਾ ਵੀ ਬੰਦਾ ਬਣ ਜਾ, ਬੰਦਾ ਬਣ ਜਾ। ਬੰਦਾ ਕਿਵੇਂ ਬਣ ਜਾ ਜੇ ਕੁੜੀ ਹੈ ਤਾਂ? ਬੰਦਾ ਬਣ ਜਾਓ। ਕੁੜੀ ਤਾਂ ਕੋਈ ਨਹੀਂ ਕਹਿੰਦਾ ਬੰਦੀ ਬਣ ਜਾਓ। ਸਾਰਿਆਂ ਨੂੰ ਮੁੰਡਾ ਹੀ ਚਾਹੀਦਾ, ਕੋਈ ਇਹ ਨਹੀਂ ਕਹਿੰਦਾ ਕਿ ਬੰਦੀ ਬਣ ਜਾਓ, ਹੈ ਨਾ। ਸਾਰੇ ਇਨਸਾਨ ਚਾਹੇ ਕੁੜੀ ਹੋ ਮੁੰਡਾ ਹੋਵੇ, ਸਾਰਿਆਂ ਦੇ ਬਰਾਬਰ ਦੇ ਅਧਿਕਾਰ ਹੈ, ਭਾਵੇਂ ਟਰਾਂਸਜੈਂਡਰ ਹੋਏ। ਤੇ ਮੇਰੇ ਪੇਰੈਂਟਸ ਦੇਖੋ ਮੇਰੇ ਫਾਦਰ ਖਾਸ ਕਰਕੇ ਵੈਸੇ ਉਹ ਸਪੋਰਟਿਵ ਸੀਗੇ। ਜੇ ਮੈਂ ਬੰਦਾ ਬਣ ਕੇ ਰਹਿੰਦੀ ਤਾਂ ਉਹ ਸਪੋਰਟਿਵ ਸੀਗੇ, ਉਹ ਪਿਆਰ ਕਰਦੇ ਸੀ। ਹਾਂ, ਪਰ ਮੈਂ ਬੰਦਾ ਬਣੀ ਨਹੀਂ, ਤੁਸੀਂ ਕੁੜੀ ਬਣੇ। ਕੁੜੀ ਬਣ ਗਈ। ਲੋਕ ਕਹਿੰਦੇ ਬਚਪਨ ਤੋਂ ਸੋਚਦੇ ਵੀ ਡਾਕਟਰ ਬਣਾਂਗਾ, ਮੈਂ ਇੰਜੀਨੀਅਰ ਬਣਾਂਗਾ, ਫਲਾਣਾ ਚੀਜ਼ ਵਕੀਲ ਬਣਾਂਗਾ। ਮੈਂ ਹਮੇਸ਼ਾ ਇਹ ਸੋਚਦੀ ਮੈਂ ਕੁੜੀ ਬਣਾਂਗੀ। ਬਚਪਨ ਦਾ ਖੁਆਇਸ਼ ਸੀਗੀ। ਸੋ ਪੁਲਿਸ ਕੋਲ ਜਾਣ ਦਾ ਕੋਈ ਸਵਾਲ ਨਹੀਂ ਸੀ, ਕਿਉਂਕਿ ਪੁਲਿਸ ਨੇ ਘਰ ਵਾਲਿਆਂ ਨੂੰ ਪੁੱਛਣਾ ਸੀ। ਮਾਈਨਰ ਸੀਗੀ ਮੈਂ, ਹੈ ਨਾ। ਸੋ ਮਾਈਨਰ ਦੇ ਨਾਲ ਕੀ ਹੁੰਦਾ, ਪੁਲਿਸ ਮੇਰੇ ਕੋਲ ਆਉਣ ਤੋਂ ਬਜਾਏ ਮੇਰੇ ਪੇਰੈਂਟਸ ਕੋਲ ਜਾਂਦੀ ਤੇ ਮੇਰੇ ਪੇਰੈਂਟਸ ਵਾਲੇ ਮੇਰਾ ਕਦੀ ਵੀ ਸਪੋਰਟ ਨਾ ਕਰਦੇ।
ਤੁਹਾਨੂੰ ਪੱਕਾ ਪਤਾ ਸੀ ਕਿ ਮੈਨੂੰ ਫੈਮਿਲੀ ਸਪੋਰਟ ਨਹੀਂ ਮਿਲੇਗੀ। ਮੇਰੇ ਫਾਦਰ ਨੇ ਕਦੀ ਵੈਸੇ ਸਪੋਰਟ ਹੀ ਨਹੀਂ ਕੀਤਾ, ਹਮੇਸ਼ਾ ਜਲੀਲ ਫਾਦਰ ਵੀ ਜਲੀਲ ਕਰਦੇ ਸੀ। ਮਤਲਬ ਹੁਣ ਦੇਖੋ, ਜੇ ਮੈਂ ਘਰ ਦੇ ਵਿੱਚ ਮਹਿਮਾਨ ਆਉਂਦੇ ਸੀਗੇ ਤੇ ਘਰ ਵਾਲੇ ਕਹਿੰਦੇ ਸੀ ਵੀ ਹੁਣ ਸਹੀ ਤਰ੍ਹਾਂ ਬੰਦਾ ਬਣ ਕੇ ਬੈਠ ਜਾਣਾ ਹੈ ਨਾ, ਇਹ ਨਾ ਕਿ ਤੂੰ ਆਪਣੇ ਕੁੜੀਆਂ ਦੇ ਲੱਛਣ ਉੱਤੇ ਦਿਖਾਉਣ ਲੱਗ ਜਾਏ। ਮੈਂ ਵੈਸੇ ਡਾਂਸ ਵੀ ਕਰਦੀ ਤਾਂ ਕਹਿੰਦੇ ਕਿ ਮਤਲਬ ਮਰਾਸੀਆਂ ਵਾਲੇ ਕੰਮ ਕੀਤੇ ਬਹੁਤ। ਮੈਂ ਕਥਕ ਕਰਦੀ ਸੀਗੀ, ਕਹਿੰਦੇ ਜਨਾਨੀਆਂ ਵਾਲੇ ਡਾਂਸ ਹੈ ਕਿਉਂ ਕਰਦੇ ਹੋ। ਬਹੁਤ ਤਕਲੀਫ ਮੈਨੂੰ ਮਤਲਬ ਮੈਂ ਹਰ ਜਗ੍ਹਾ ਜਿੱਥੇ ਵੀ ਸਹਿਣਾ ਪਿਆ। ਹਾਂ, ਸੋ ਮੈਨੂੰ ਬਹੁਤ ਇਨਸਲਟ ਕਰਦੇ ਸੀਗੇ। ਘਰ ਦੇ ਕਹਿੰਦੇ ਰਹਿੰਦੇ ਸੀ, ਫਾਦਰ ਸਾਹਿਬ ਕਹਿੰਦੇ ਰਹਿੰਦੇ ਸੀ ਬੰਦਾ ਬਣ ਜਾ, ਪਰ ਧਨੰਜੇ ਦੇ ਅੰਦਰ ਕੁਝ ਹੋਰ ਫੀਲਿੰਗ ਸੀ, ਨਾ ਬੰਦੇ ਦੀਆਂ ਫੀਲਿੰਗ ਸੀ ਨਾ ਕੁੜੀ ਦੀਆਂ। ਕੁਦਰਤ ਨੇ ਥਰਡ ਜੈਂਡਰ ਜਿਹੜਾ ਤੁਹਾਨੂੰ ਦਿੱਤਾ ਸੀ। ਥਰਡ ਜੈਂਡਰ ਜਦੋਂ ਅਸੀਂ ਦੇਖਦੇ ਹਾਂ, ਉਹਨਾਂ ਦੀ ਕਮਿਊਨਿਟੀ ਨੂੰ ਸਮਝਦੇ ਹਾਂ, ਤਾਂ ਵਧਾਈ ਮੰਗਣ ਉਹ ਜਾਂਦੇ ਨੇ ਹਨਾ, ਉਹਨਾਂ ਦਾ ਮੇਨ ਇਨਕਮ ਸੋਰਸ ਲਗਾ ਲਓ ਜਾਂ ਉਹਨਾਂ ਦਾ ਮੇਨ ਪੇਸ਼ਾ ਲਗਾ ਲਓ। ਫਿਰ ਤੁਸੀਂ ਕਿਤੇ ਉਸ ਫੀਲਡ ਦੇ ਵਿੱਚ ਬੜੇ ਉੱਧਰ ਜਾਂਦੇ ਰਹੇ? ਦੇਖੋ, ਮੈਂ ਇਸ ਜਿਹੜਾ ਤੁਸੀਂ ਕਹਿ ਰਹੇ ਨੇ ਕਿ ਮੈਂ ਆਇਡੈਂਟੀਟੀ ਵਾਸਤੇ ਹਮੇਸ਼ਾ ਉਸ ਕ੍ਰਾਈਸਿਸ ਤੋਂ ਜੂਝ ਹੀ ਰਹੀ, ਕਿਉਂਕਿ ਮੈਂ ਹਮੇਸ਼ਾ ਵੈਸੇ ਉਹਨਾਂ ਦੇ ਮੁਤਾਬਿਕ ਮੈਂ ਜਾਂ ਦੁਨੀਆ ਦੇ ਮੁਤਾਬਿਕ ਮੈਂ ਬੰਦਾ ਬਣਨ ਦੀ ਵੀ ਕੋਸ਼ਿਸ਼ ਕੀਤੀ ਹੈ। ਇੱਦਾਂ ਨਹੀਂ ਬੰਦਾ ਬਣ, ਲੇਕਿਨ ਫਿਰ ਜੇ ਸਿੱਧਾ ਹੋ ਕੇ ਫਿਰ ਬੰਦਾ ਇਨਸਾਨ ਥੱਕ ਖਾ ਕੇ ਟੇਢਾ ਹੀ ਹੋ ਜਾਂਦਾ ਕਿ ਹਾਂ ਕੁੜੀ ਹੀ ਹਾਂ ਮੈਂ ਤਾਂ। ਬਿਲਕੁਲ। क्योंकि वो नेचर ਜਿਹੜੀ ਹੁੰਦੀ ना, कुदरत ने ਜਿਹੜਾ आम हरे से पीला ही होगा ना, उसका ये तो नहीं नीला हो जाएगा ना। तो ਜਿਹੜੇ ਕੁਦਰਤ ਨੇ ਜੋ ਸਾਡੇ ਅੰਦਰ ਗੁਣ ਪਾਏ ਹੈ ਨਾ, ਉਹ ਗੁਣ ਉਹ ਹਮੇਸ਼ਾ ਭਾਵੇਂ ਜਿੰਨਾ ਮਰਜ਼ੀ ਕਹੋ ਉਹੀ ਦਿਖ। ਤੇ ਜਦੋਂ ਰੋਜੀ ਰੋਟੀ ਦਾ ਸਵਾਲ ਆਉਂਦਾ ਨਾ, ਘਰੋਂ ਜਦੋਂ ਅਸੀਂ ਨਿਕਲਣਾ ਪੈਂਦਾ ਆ, ਸਮਝ ਲਓ ਕਿ ਪੇਰੈਂਟਸ ਜਾਂ ਕਈ ਵਾਰੀ ਪੇਰੈਂਟਸ ਨਹੀਂ ਵੀ ਕਰਦੇ ਤਾਂ ਵੀ ਸਾਨੂੰ ਨਿਕਲਣਾ ਪੈਂਦਾ, ਕਿਉਂਕਿ ਬੱਚਿਆਂ ਦੀ ਮੈਰਿਜ ਦਾ ਹੁੰਦਾ ਹੈ ਵੀ ਉਹਨਾਂ ਦੇ ਬੱਚੇ ਦੀ ਮੈਰਿਜ ਨਹੀਂ ਹੋ ਰਹੀ, ਬਾਕੀਆਂ ਭੈਣ ਭਰਾਵਾਂ ਦੀ ਜਾਂ ਹੋਰ ਲੋਕਾਂ ਦੀ ਮੈਰਿਜ ਨਹੀਂ ਹੋ ਰਹੀ, ਸਾਡੇ ਕਰਕੇ ਰੁਕ ਗਈ ਹੈ, ਇਹ ਖੁਸਰਾ ਹੈ। ਹੁਣ ਵੀ ਸਾਡੇ ਕਾਫੀ ਸਾਡੇ ਪਰਿਵਾਰ ਵਿੱਚ ਮੈਰਿਜ ਨਹੀਂ ਹੋ ਰਹੀਆਂ, ਕਿਉਂਕਿ ਲੋਕਾਂ ਨੂੰ ਲੱਗਦਾ ਕਿ ਇਹ ਖੁਸਰੇ ਦਾ ਪਰਿਵਾਰ ਹੈ, ਹੋ ਸਕਦਾ ਬਾਕੀ ਹਾਂ ਹਾਲੇ ਵੀ ਹੈਗਾ। ਤੇ 30-35 ਸਾਲ ਦੇ ਹੋ ਗਏ ਆ, ਤੇ ਉਹਨਾਂ ਨੂੰ ਲੱਗਦਾ ਕਿ ਇਹ ਜਿਹੜਾ ਇਹਨਾਂ ਦਾ ਰਿਸ਼ਤੇਦਾਰ ਖੁਸਰਾ ਹੈ ਤੇ ਇਹਨਾਂ ਦੇ ਬੱਚੇ ਵੀ ਖੁਸਰੇ ਹੋਣਗੇ ਹੈ ਨਾ, ਬਾਕੀ ਫੈਮਿਲੀ। ਫਿਰ ਇਸ ਕਰਕੇ ਮਤਲਬ ਅਸੀਂ ਸੋਚਦੇ ਵੀ ਸਾਡੇ ਪਰਿਵਾਰ ਨੂੰ ਅੜੋਸ ਪੜੋਸ ਹੋ ਗਿਆ, ਰਿਸ਼ਤੇਦਾਰਾਂ ਨੂੰ ਦੇ ਕਰਕੇ ਸਾਡੇ ਕਰਕੇ ਸਹਿਣਾ ਪੈਂਦਾ ਉਹਨਾਂ ਨੂੰ, ਤੇ ਅਸੀਂ ਕਿਉਂ ਨਾ ਘਰੋਂ ਨਿਕਲ ਜਾਈਏ। ਵੈਸੇ ਵੀ ਸਾਡਾ ਹੋਣਾ ਨਾ ਹੋਣਾ ਬਰਾਬਰ ਹੀ ਹੈ, ਠੀਕ ਹੈ ਨਾ। ਉਹ ਰਿਸਪੈਕਟ ਨਹੀਂ ਮਿਲ ਰਹੀ ਜਿਹੜੀ ਇੱਕ ਫੈਮਿਲੀ ਮੈਂਬਰ ਨੂੰ ਮਿਲਣੀ ਚਾਹੀਦੀ, ਬਾਕੀ ਭੈਣ ਭਰਾਵਾਂ ਨੂੰ ਮਿਲਦੀ ਹੈ, ਉਹ ਰਿਸਪੈਕਟ ਨਹੀਂ ਮਿਲਦੀ ਹੈ। ਉਹਨਾਂ ਨੂੰ ਲੱਗਦਾ ਕਿ ਇਹ ਜਿਹੜੇ ਹੋਏ ਨਾ ਇਹਨਾਂ ਦੇ ਜਾਣਬੁੱਝ ਕੇ ਕਰਦੇ ਆ, ਪਰ ਅਸੀਂ ਜਾਣਬੁੱਝ ਕੇ ਨਹੀਂ ਕਰਦੇ। ਇੰਨਾ ਆਸਾਨ ਨਹੀਂ ਹੁੰਦਾ ਸਾੜੀ ਪਾਉਣਾ ਹੈ ਨਾ, ਆਪਣੇ ਆਪ ਨੂੰ ਰੈਕੋਗਨਾਈਜ਼ ਕਰਨਾ, ਸਮਾਜ ਵਿੱਚ ਲੜਨਾ, ਆਪਣੀ ਸਾਰੀ ਫੈਸਿਲਿਟੀਜ਼ ਨੂੰ। ਮੇਰੇ ਪੇਰੈਂਟਸ ਸਾਡਾ ਉਹਨਾਂ ਦਾ ਪੇਰੈਂਟਸ ਦਾ ਘਰ ਬਹੁਤ ਵੱਡਾ ਹੈ ਤੇ ਸਾਰੀ ਚੀਜ਼ਾਂ ਫੈਸਿਲਿਟੀਜ਼ ਹੈਗੀਆਂ, ਏਸੀ ਲੱਗੇ ਹੋਏ, ਸਭ ਕੁਝ ਹੈ, ਫਿਰ ਵੀ ਅਸੀਂ ਨਾ ਇੱਕ ਬਹੁਤ ਹੀ ਬੜੀ ਨਾਜ਼ੁਕ ਸਥਿਤੀ ਵਿੱਚ ਰਹਿ ਕੇ ਆਪਣੀ ਸਾਰੀ ਪਰਿਸਥਿਤੀਆਂ ਨੂੰ ਮਤਲਬ ਸਾਡੇ ਫੇਵਰ 'ਚ ਨਾ ਹੋਣ ਕਰਕੇ ਵੀ ਤਾਂ ਵੀ ਅਸੀਂ ਉਸ ਜਗ੍ਹਾ ਰਹਿ ਰਹੇ ਹਾਂ ਜਿੱਥੇ ਸਾਨੂੰ ਨਹੀਂ ਰਹਿਣਾ ਚਾਹੀਦਾ। ਲੇਕਿਨ ਇਹ ਸਾਰਾ ਇਸ ਕਰਕੇ ਕਿਉਂਕਿ ਸਾਡੀ ਆਇਡੈਂਟੀਟੀ ਮੇਨ ਹੈ, ਪਹਿਚਾਨ। ਜਿਹੜੀ ਪਹਿਚਾਨ ਦੀ ਲੜਾਈ ਹੈ ਬਹੁਤ ਬਹੁਤ ਕਠਿਨ ਹੈ, ਬਹੁਤ ਮੁਸ਼ਕਿਲਾਂ ਨਾਲ ਸਾਨੂੰ ਪਹਿਚਾਨ ਮਿਲੀ। ਅਸੀਂ ਸਾਰੇ ਲੱਖਾਂ ਕਰੋੜਾਂ ਦੀ ਪ੍ਰਾਪਰਟੀ ਨੂੰ ਠੁਕਰਾਤੀਆਂ ਸਿਰਫ ਕਿਸ ਕਰਕੇ, ਇੱਕ ਪਹਿਚਾਨ ਵਾਸਤੇ ਹੈ ਨਾ। ਅੱਜ ਸੋਚੋ ਤੁਸੀਂ ਦੋ ਭਰਾ ਜਿਹੜੇ ਹੈ ਨਾ, ਉਹਨਾਂ ਵਿੱਚ ਲੜਾਈ ਹੁੰਦੀ ਪ੍ਰਾਪਰਟੀ ਦੀ, ਪੈਸਿਆਂ ਦੀ ਲੜਾਈ ਹੈ ਨਾ। ਲੇਕਿਨ ਟਰਾਂਸਜੈਂਡਰ ਨੂੰ ਤੁਸੀਂ ਦੇਖੋਗੇ ਆਪਣੇ ਸਾਰੀ ਪ੍ਰਾਪਰਟੀ ਰਾਈਟਸ ਨੂੰ ਛੱਡ ਕੇ ਉਹ ਆਪਣੀ ਆਇਡੈਂਟੀਟੀ ਪਿੱਛੇ ਭੱਜਦਾ ਹੈ। ਬਿਲਕੁਲ। ਕਿਉਂ? ਕਿਉਂਕਿ ਉਹਨੂੰ ਜਿਹੜੀ ਉਹਦਾ ਜਿਹੜਾ ਬ੍ਰੇਨ ਹੈ ਨਾ, ਉਹ ਜੀਣ ਨਹੀਂ ਦਿੰਦਾ। ਬ੍ਰੇਨ ਹਮੇਸ਼ਾ ਬਾਰ-ਬਾਰ ਉਹਨੂੰ ਇਹੀ ਜਿਹੜਾ ਹੈ ਨਾ ਮੈਸੇਜ ਦਿੰਦਾ ਕਿ ਵੀ ਤੂੰ ਕੁੜੀ ਆ, ਤੂੰ ਕੁੜੀ ਹੈ। ਸੋ ਉਹ ਸਾਰੀ ਚੀਜ਼ਾਂ ਜਿਹੜੀਆਂ ਉਹ ਫੇਵਰ 'ਚ ਨਾ ਹੋਣ ਕਰਕੇ ਵੀ ਫਿਰ ਵੀ ਅਸੀਂ ਸੰਘਰਸ਼ ਕਰਦੇ ਹਾਂ। ਵਧਾਈ ਦਾ ਜਿਹੜਾ ਹੈਗਾ ਉਹ ਸਿਸਟਮ ਤਾਂ ਸ਼ੁਰੂ ਨਹੀਂ ਕੀਤਾ ਮੈਂ, ਕਿਉਂਕਿ ਮੈਂ ਸੋਚਦੀ ਸੀ ਕਿ ਮੈਂ ਪਹਿਲੇ ਆਪਣੇ ਜਿਹੜੇ ਕਾਨੂੰਨ ਹੈ ਜਿਹੜੇ ਭਾਰਤ ਦੇ, ਉਹਦੇ ਵਿੱਚ ਬਦਲਾਅ ਹੋਵੇ। ਅੱਛਾ, ਲੜਨ ਦਾ ਫੈਸਲਾ ਕਰ ਲਿਆ ਸੀ ਕਿ ਮੈਂ ਆਪਣੀ ਕਮਿਊਨਿਟੀ ਦੇ ਲਈ ਲੜਨਾ। ਜੀ, 2002 ਵਿੱਚ ਮੇਰੇ ਨਾਲ ਇੱਕ ਗੈਂਗ ਰੇਪ ਹੋਇਆ। ਅੱਛਾ। ਸੈਕਟਰ 17 ਚੰਡੀਗੜ੍ਹ ਵਿੱਚ ਮੈਨੂੰ ਮੁੰਡਾ
ਮਤਲਬ ਇੱਕ ਮੁੰਡਾ ਆਇਆ ਮੇਰੇ ਕੋਲ, ਕਹਿੰਦਾ ਮੈਨੂੰ ਮਾਚਿਸ ਚਾਹੀਦੀ, ਉਹਨੇ ਸਿਗਰਟ ਚਲਾਉਣਾ ਸੀਗਾ। ਮੈਂ ਕਿਹਾ ਮੈਂ ਤਾਂ ਸਿਗਰਟ ਪੀਂਦੀ ਨਹੀਂ ਹੈ। ਉਸ ਟਾਈਮ ਤੁਸੀਂ ਆਪਣੀ ਫੈਮਿਲੀ ਦੇ ਨਾਲ ਰਹਿ ਰਹੇ ਸੀ ਜਾਂ ਫੈਮਿਲੀ ਛੱਡ ਚੁੱਕੇ ਸੀ? ਨਹੀਂ, ਫੈਮਿਲੀ ਦੇ ਨਾਲ ਹੀ ਸੀ। ਰਹਿ ਰਹੇ ਸੀ। ਤੇ ਉਹ ਜਿਹੜਾ ਮਤਲਬ ਉੱਥੇ ਅਸੀਂ ਇਸ ਕਰਕੇ ਗਏ ਸੀ ਕਿ ਸ਼ਨੀਵਾਰ ਐਤਵਾਰ ਨੂੰ ਆਪਣਾ ਚੰਡੀਗੜ੍ਹ ਵਿੱਚ ਕਾਰਨੀਵਲ ਹੁੰਦਾ ਸੀਗਾ ਜੀ, 2000 ਦੇ ਕਰੀਬ ਨਾ, 2001-2 ਵਿੱਚ ਇੱਦਾਂ ਸੈਟਰਡੇ ਨੂੰ ਕਾਰਨੀਵਲ ਹੁੰਦਾ ਸੀਗਾ। ਤੇ ਅਸੀਂ ਸਾਰੇ ਕਮਿਊਨਿਟੀ ਦੇ ਲੋਕ ਰਾਤ ਨੂੰ ਇੱਕ ਤਰ੍ਹਾਂ ਹੌਟ ਸਪੌਟ ਵੀ ਰਹਿੰਦਾ ਸੀਗਾ ਉਸਮੇ। ਹੌਟ ਸਪੌਟ ਮਤਲਬ ਉੱਥੇ ਮਿਲਣ ਦਾ ਇੱਕ ਸਾਧਨ, ਆਪਣੇ ਜਿਹੇ ਲੋਕਾਂ ਦੇ ਨਾਲ ਆਪਸ ਵਿੱਚ ਮਿਲਦੇ ਸੀਗੇ। ਬਿਲਕੁਲ। ਜਦੋਂ ਅਸੀਂ ਉੱਥੇ ਮਿਲਦੇ ਸੀ, ਫਿਰ ਰਾਤ ਨੂੰ 10, 10:30 ਵਜੇ, 11 ਵਜੇ ਅਸੀਂ ਆਪਣੇ ਆਪਣੇ ਘਰਾਂ ਨੂੰ ਵੀ ਜਾਂਦੇ ਸੀਗੇ। ਤੇ ਇੱਕ ਦਿਨ 2002 ਦੀ ਗੱਲ ਹੈ, ਤੇ ਮੈਂ ਜਦੋਂ ਘਰ ਜਾਣ ਲੱਗੀ ਤੇ ਮੁੰਡਾ ਆਇਆ ਮੇਰੇ ਕੋਲ, ਇੱਕ ਅਣਜਾਣ ਮੁੰਡਾ, ਤੇ ਕਹਿੰਦਾ ਵੀ ਤੇਰੇ ਕੋਲ ਮਾਚਿਸ ਹੈਗੀ? ਮੈਂ ਕਿਹਾ ਨਹੀਂ, ਮੇਰੇ ਕੋਲ ਨਹੀਂ ਹੈ। ਤੇ ਮੈਂ ਕਿਹਾ ਮੈਂ ਸਿਗਰਟ ਪੀਂਦੀ ਨਹੀਂ ਹੈ। ਉਹਨੂੰ ਸਿਗਰਟ ਜਲਾਉਣੀ ਸੀ। ਤੇ ਉਹ ਬਸ ਗੱਲਾਂ ਬਾਤਾਂ ਕਰਦਾ ਮੇਰੇ ਨਾਲ ਤੁਰ ਹੀ ਗਿਆ। ਕਹਿੰਦੇ ਆਪ ਚੰਡੀਗढ़ से? मैं कहा हाँ मैं चंडीगढ़ से हूँ। कहते आप यहाँ लोकल हो ना? तो ਉਹ ਲੜਕੀ ਸਮਝ ਰਿਹਾ ਸੀ? मतलब ਉਹਨੂੰ ਪਤਾ ਲੱਗ ਵੀ ਟਰਾਂਸਜੈਂਡਰ ਹੈ। ਓਕੇ। ਹਮ ਲੜਕੀ ਨਹੀਂ ਨਾ, ਟਰਾਂਸਜੈਂਡਰ, ਉਹਨੂੰ ਪਤਾ ਸੀ ਵੀ ਇਹ ਕੁਛ ਹੈ। ਕਿਉਂਕਿ ਅਸੀਂ ਸਾਰੇ 20-25 ਲੋਕ ਅਸੀਂ ਉਹ ਨਜ਼ਰ ਉਹਨਾਂ, ਇਹ ਨਹੀਂ ਕਿ ਉਹ ਪਰੇ ਰੇਕਿੰਗ ਕਰ ਰਿਹਾ ਸੀ ਨਾ ਪੂਰੀ ਸਾਡੀ। ਉਹਨੂੰ ਪਤਾ ਸੀ ਵੀ 20-25 ਲੋਕ ਖੜੇ ਹੈ। ਅਸੀਂ ਉੱਥੇ ਡਾਂਸ ਕਰਦੇ ਸੀਗੇ, ਆਪਾਂ ਨੱਚਦੇ ਸੀ, ਗਾਉਂਦੇ ਸੀ, ਇੱਕ ਦੂਸਰੇ ਨਾਲ ਮਜ਼ਾਕ ਵੀ ਕਰਦੇ ਸੀ। ਕਿਉਂਕਿ ਸਾਰਾ ਹਫਤੇ ਦਾ ਫਰਸਟ੍ਰੇਸ਼ਨ ਹੁੰਦਾ ਸੀ, ਆਪਾਂ ਇਕੱਠੇ ਹੋ ਕੇ ਇੱਕ ਦੂਸਰੇ ਨਾਲ ਸਾਂਝ ਕਰਦੇ ਸੀ, ਆਪਣੇ ਸਾਂਝਾ ਕਰਦੇ ਸੀ। ਤੇ ਉਹ ਜਦੋਂ ਗੱਲਾਂ ਬਾਤਾਂ ਕਰਦੇ ਕਰਦੇ ਉਹ ਨੀਲਮ ਥੀਏਟਰ ਤੱਕ ਆ ਗਿਆ, ਠੀਕ ਹੈ ਨਾ, ਅੱਗੇ ਤੱਕ। ਤੇ ਮੈਂ ਕਿਹਾ ਮੈਂ ਜਾਣਾ, ਮੇਰੇ ਕੋਲ ਸਾइकिल सी। कहता हम लोग बाहर से आए हैं, अम्बाला से, तो हमें पता नहीं यहाँ का चंडीगढ़ का, क्या हमारे साथ घूमने चलोगे? मैं क्या रात को कौन जाएगा? मैं कहा नहीं मैं तो लेट हो गई घर जाना। कहता 10 मिनट 15 मिनट गेड़ी मारनी है सी। मैं कहा नहीं मैं तो ज़्यादा प्रेशर आई। कहते यार देखो हम तो बाहर से आ रखे हैं, ये मतलब गल्लां बातां करके उन्होंने मैनू उलझा लिया अपनी गल्लां 'ਚ। ਤੇ ਮੈਂ ਕਿਹਾ ਚੱਲ ਠੀਕ ਹੈ। ਕਹਿੰਦੇ 10 ਮਿੰਟ ਦੀ ਗੱਲ ਹੈ। ਮੈਂ ਕਿਹਾ ਯਾਰ 10 ਮਿੰਟ 'ਚ ਕਿੱਥੇ ਕੋਈ ਘੁੰਮਦਾ ਹੈ। ਤੇ ਚਲ ਮੈਂ ਉਹਦੀ ਗੱਲਾਂ ਬਾਤਾਂ 'ਚ ਆ ਗਈ ਤੇ ਆਪਣੀ ਕਾਰ 'ਚ ਗਏ। ਤੇ 2 ਮੁੰਡੇ ਸੀਗੇ, ਇੱਕ ਅੱਗੇ ਕਾਰ ਚਲਾਉਣ ਲੱਗਾ, ਉਹ ਪਿੱਛੇ ਬਹਿ ਗਿਆ ਮੇਰੇ ਨਾਲ। ਤੇ ਥੋੜੀ ਦੇਰ ਗੱਲਾਂ ਬਾਤਾਂ ਕਰਦੇ ਉਹਨੇ ਆਪਣੇ ਜਿਹੜੀ ਹੈ ਅੰਬਾਲਾ ਵਾਲੀ ਰੋਡ 'ਤੇ ਲੈ ਗਿਆ। ਮੈਂ ਕਿਹਾ ਯਾਰ ਵਾਪਸ ਚਲੋ। ਕਹਿੰਦਾ ਨਹੀਂ ਹੁਣ ਤਾਂ ਅਸੀਂ ਨਾ ਥੋੜਾ ਕੰਮ ਹੈਗਾ ਤੇ ਬਸ ਤੈਨੂੰ ਛੱਡ ਦਿੰਦੇ। ਜਦੋਂ ਮੈਂ ਸੋਚਿਆ ਵੀ ਇਹ ਚੰਡੀਗੜ੍ਹ ਤੋਂ ਬਾਹਰ ਆ ਗਿਆ, ਮੈਂ ਦੇਖਿਆ ਚੰਡੀਗੜ੍ਹ ਤੋਂ ਬਾਹਰ ਆ ਗਏ ਜ਼ੀਰਕਪੁਰ ਕੋਲ, ਤੇ ਮੈਂ चिल्लाना शुरू करते। मैं कहा शीशे वाल देख के लोगों ਨੂੰ, ਪਰ ਸ਼ੀਸ਼ੇ ਬੰਦ ਸੀਗੇ ਤਾਂ ਮਾਰੂਤੀ 800 ਆਈ ਥਿੰਕ ਉਸ ਟਾਈਮ ਸੀਗੀ ਉਹਦੇ ਕੋਲ। ਤੇ ਮੈਂ ਜਦੋਂ ਮੈਂ ਚਿल्लाना ਸ਼ੁਰੂ ਕੀਤਾ, ਉਹਦੇ ਕੋਲ ਪਿਸਟਲ ਸੀਗੀ। ਉਹਨੇ ਪਿਸਟਲ ਮੇਰੇ ਇੱਥੇ ਢੂਈ 'ਚ ਰੱਖਤੀ। ਅੱਛਾ। ਤੇ ਜਦੋਂ ਮੈਂ ਦੇਖਿਆ ਇਹਨੇ ਪਿਸਟਲ ਰੱਖਤੀ, ਕਹਿੰਦਾ ਮੈਂ ਮਾਰ ਦੇਣਾ ਤੈਨੂੰ ਪੂਰੀ ਮੈਂ। ਔਰ ਜਦੋਂ ਮੈਂ ਦੇਖਿਆ ਵੀ ਇਹਨੇ ਪਿਸਟਲ ਮੇਰੀ ਢੂਈ 'ਚ ਰੱਖਿਆ ਤੇ ਮੈਂ ਡਰ ਗਈ ਫਿਰ। ਕਿਉਂਕਿ ਸਾਡੇ ਕਮਿਊਨਿਟੀ ਦੇ ਲੋਕਾਂ ਦੇ 2-3 ਲੋਕਾਂ ਦੇ ਮਰਡਰ ਵੀ ਹੋਏ ਸੀਗੇ ਚੰਡੀਗੜ੍ਹ 'ਚ। ਉਹਨਾਂ ਨੂੰ ਚੱਕ ਕੇ ਲੈ ਕੇ ਗਏ ਸੀ ਇੱਕ ਜੰਗਲ 'ਚ, ਤੇ ਉਹਨਾਂ ਦੀ ਲਾਸ਼ ਮਿਲੀ ਸੀ ਤੇ ਉਹਨਾਂ ਨੇ ਸੈਕਸ਼ੂਅਲ ਐਕਟੀਵਿਟੀ ਰੇਪ ਕੀਤਾ ਹੋਇਆ ਸੀ। ਤੇ ਮੈਂ ਕਿਹਾ ਜੇ ਮੈਂ ਚਿल्लाई, ਜੇ ਮੈਂ ਹੋਰ ਆਬਜੈਕਸ਼ਨ ਕੀਤਾ, ਇਹਨੇ ਮੈਨੂੰ ਮਾਰ ਦੇਣਾ ਹੈ ਨਾ। ਮੇਰਾ ਬੋਲਣ ਵਾਲਾ ਵੀ ਕੋਈ ਨਹੀਂ। ਤੇ ਮੈਂ ਫਿਰ ਚੁੱਪਚਾਪ ਰਹੀ। ਮੈਂ ਕਿਹਾ ਚੱਲ ਹੁਣ ਆਪਣੇ ਆਪ ਨੂੰ ਸਮਝਾਇਆ ਵੀ ਦੇਖੀ ਜਾਊਗੀ, ਹੁਣ ਜੋ ਹੋਏਗਾ ਦੇਖੀ ਜਾਏਗੀ। ਤੇ ਮੈਨੂੰ ਅੰਬਾਲਾ ਲੈ ਕੇ ਗਏ। ਮੈਨੂੰ ਨਹੀਂ ਪਤਾ ਕਿੱਥੇ ਲੈ ਕੇ ਗਏ। ਅੰਬਾਲਾ 'ਚ ਇੱਕ ਹੋਸਟਲ ਜਿਹਾ ਸੀਗਾ, ਪੀਜੀ, ਉੱਥੇ ਲੈ ਕੇ ਗਏ। 20 ਮੁੰਡੇ ਸੀਗੇ ਉੱਥੇ, ਤੇ 20 ਮੁੰਡਿਆਂ ਨੇ ਪੂਰੀ ਰਾਤ ਰੇਪ ਕੀਤਾ। ਤੇ ਸਵੇਰੇ 4-5 ਵਜੇ ਮੈਨੂੰ ਚੱਕ ਕੇ, ਮਤਲਬ ਮੇਰੇ ਤੋਂ ਚੱਲਿਆ ਨਹੀਂ ਗਿਆ, ਮੇਰੇ ਲੱਤਾਂ ਕੰਬਣ ਲੱਗੀਆਂ ਸੀ। ਚੱਕ ਕੇ ਮੈਨੂੰ ਉਸੇ ਗੱਡੀ 'ਚ, ਮਾਰੂਤੀ 'ਚ ਚੱਕ ਕੇ ਲੈ ਕੇ ਆਏ। ਤੇ ਅੰਬਾਲਾ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਦੇ ਬਾਹਰ, ਰੇਲਵੇ ਸਟੇਸ਼ਨ ਦੇ ਨਾਲ ਹੀ ਬੱਸ ਸਟੈਂਡ ਹੈ ਆਮਣੇ ਸਾਹਮਣੇ, ਤੇ ਉੱਥੇ ਮੈਨੂੰ ਛੱਡ ਦਿੱਤਾ। ਮੇਰੇ ਕੋਲ ਇੱਕ ਵੀ ਪੈਸਾ ਨਹੀਂ ਸੀਗਾ ਆਉਣ ਦਾ। ਮੈਂ ਤਾਂ ਲੋਕਲ ਆਈ ਸੀਗੀ, ਮਤਲਬ ਆਪਣੇ ਸਾਈਕਲ 'ਚ, ਤੇ ਮੇਰੇ ਕੋਲ ਆਉਣ ਦਾ ਪੈਸਾ ਨਹੀਂ। ਉਸ ਟਾਈਮ 50 ਰੁਪਏ ਸ਼ਾਇਦ ਇੰਨੀ ਟਿਕਟ ਸੀਗੀ। ਤੇ ਜਦੋਂ ਮੈਂ ਮਤਲਬ ਸੋਚਿਆ ਕਿ ਮੈਂ ਜਾਵਾਂ ਚੰਨੇ, ਲੇਕਿਨ ਪੈਸੇ ਨਹੀਂ ਹੋਣ ਕਰਕੇ ਮੈਂ ਬੈਠੀ ਰਹੀ ਕਾਫੀ ਦੇਰ ਤੱਕ, ਘੰਟਾ 1.5 ਘੰਟਾ ਬੈਠੀ ਰਹੀ। ਸਰਦੀਆਂ ਦੀ ਗੱਲ ਸੀਗੀ। ਤੇ ਇੱਕ ਹਰਿਆਣਾ ਰੋਡਵੇਜ਼ ਦੀ ਬੱਸ ਆਈ, ਤੇ ਮੈਂ ਸੋਚਿਆ ਵੀ ਇਸ ਦੇ ਉੱਪਰ ਬਹਿ ਹੀ ਜਾਵਾਂ, ਕਿਉਂਕਿ ਹੋਰ ਕੋਈ ਰਸਤਾ ਨਹੀਂ ਸੀਗਾ। ਪਿਛਲੀ ਸੀਟਾਂ ਖਾਲੀਆਂ ਸੀਗੀਆਂ, ਦਿੱਲੀ ਤੋਂ ਆ ਰਹੀ ਸੀ ਬੱਸ, ਤੇ ਮੈਂ ਪਿੱਛੇ ਬਹਿ ਗਈ। ਪਿੱਛੇ ਬਹਿ ਕੇ ਜਦੋਂ ਕੰਡਕਟਰ ਆਇਆ ਟਿਕਟ ਲੈਣ ਵਾਸਤੇ, ਤੇ ਮੈਂ ਫਿਰ
ਮੇਰੇ ਅੱਖਾਂ 'ਚ ਪਾਣੀ, ਰੋਣ ਲੱਗੀ ਮੈਂ। ਤੇ ਮੇਰੇ ਕੋਲ ਬਹਿ ਗਿਆ ਕਿ ਕਹਿੰਦਾ ਕੀ ਹੋਇਆ? ਮੈਂ ਕਿਹਾ ਮੇਰਾ ਪਰਸ ਗੁੰਮ ਗਿਆ, ਮਤਲਬ ਖੋ ਗਿਆ। ਸੋ ਕਹਿੰਦਾ ਉਹ ਫਿਰ ਜਦੋਂ ਉਹਨੇ ਦੇਖਿਆ ਵੀ ਮੈਂ ਰੋ ਰਹੀ ਹਾਂ ਤੇ ਕਹਿੰਦਾ ਜਾਣਾ ਕਿੱਥੇ? ਮੈਂ ਕਿਹਾ ਚੰਡੀਗੜ੍ਹ। ਕਹਿੰਦਾ ਕੋਈ ਗੱਲ ਨਹੀਂ, ਤੂੰ ਬੈਠੀ ਰਹਿ। ਤੇ ਉਹ ਫਿਰ ਥੋੜ੍ਹੀ ਦੇਰ ਬੈਠਿਆ ਰਿਹਾ, ਮੇਰੀ ਗੱਲਾਂ ਬਾਤਾਂ ਮੇਰੇ ਨਾਲ ਕਰਦਾ ਰਿਹਾ। ਤੇ ਜਦੋਂ ਉਹਨੇ ਦੇਖਿਆ ਵੀ ਇਹ ਵੀ ਮਤਲਬ ਮੇਰੀ ਹਰਕਤਾਂ ਦੇਖੀਆਂ, ਮੇਰੇ ਬਿਹੇਵੀਅਰ ਦੇਖਿਆ ਵੀ ਕੁੜੀ ਵਰਗਾ ਹੈ ਤਾਂ, ਤੇ ਉਹਨੇ ਮੇਰੇ ਹੱਥ ਫੜਿਆ। ਕਹਿੰਦਾ ਤੇਰੇ ਹੱਥ ਬੜੇ ਨਾਜ਼ੁਕ ਜਿਹੇ ਹੈਗੇ। ਉਹ ਵੀ ਮਤਲਬ ਉਸੇ ਮਨਸ਼ਾ ਦੇ ਨਾਲ ਹੋ ਗਿਆ ਕਿ ਮੇਰਾ ਹੱਥ ਫੜ ਕੇ ਕਹਿੰਦਾ ਤੇਰੇ ਕੁੜੀਆਂ ਵਰਗਾ ਹੱਥ ਹੈ। ਕਰਦਾ ਕਰਦਾ ਉਹਨੇ ਆਪਣੀ ਇਹਦੇ ਲੱਤਾਂ ਉੱਪਰ ਰੱਖ ਲਿਆ ਤੇ ਬਸ ਮਸਲਦਾ ਰਿਹਾ। ਮੈਂ ਕਿਹਾ ਜੇ ਮੈਂ ਇਹਨੂੰ ਕੁਛ ਕਿਹਾ, ਜੇ ਓਬਜੈਕਸ਼ਨ ਕੀਤਾ, ਇਹਨੂੰ ਮੈਨੂੰ ਉਤਾਰ ਦੇਣਾ ਇੱਥੇ ਹੀ। ਤੇ ਫਿਰ ਕਾਫੀ ਦੇਰ ਲਾਲ ਲੁੜ ਤੋਂ ਵੀ ਅੱਗੇ ਡੇਰਾ ਬੱਸੀ ਆ ਕੇ ਉਹਨੇ ਕਿਹਾ ਕਿ ਚੱਲਣਾ ਮੇਰੇ ਨਾਲ। ਮੈਂ ਕਿਹਾ ਕਿੱਥੇ? ਕਹਿੰਦਾ ਮੇਰੇ ਕਮਰੇ 'ਚ। ਮੈਂ ਕਿਹਾ ਹੁਣ ਮੇਰੇ ਦਿਮਾਗ 'ਚ ਐਸੇ ਮੈਂ ਚੰਡੀਗੜ੍ਹ ਪਹੁੰਚ ਜਾਵਾਂ ਕਿਸੇ ਤਰ੍ਹਾਂ। ਤੇ ਮੈਂ ਕਿਹਾ ਠੀਕ ਹੈ, ਮੈਂ ਚੱਲਾਂਗੀ। ਤੇ ਜਦੋਂ ਮੈਂ ਚੰਡੀਗੜ੍ਹ 17 ਸੈਕਟਰ ਬੱਸ ਸਟੈਂਡ ਵਿੱਚ ਆਈ ਬੱਸ, ਤੇ ਕਹਿੰਦਾ ਮੈਂ ਥੋੜ੍ਹੀ ਦੇਰ ਵਾਸਤੇ ਜਾ ਰਿਹਾ, ਮੈਂ ਆਪਣਾ ਹਿਸਾਬ ਕਿਤਾਬ ਦੇ ਦੂੰਗਾ, ਡਿਊਟੀ ਆਫ ਕਰਾਂਗਾ ਤੇ ਉਸ ਤੋਂ ਬਾਅਦ ਤੇਰੇ ਨਾਲ ਚੱਲਾਂਗਾ ਮੈਂ, ਤੂੰ ਇੱਥੇ ਬਹਿ ਜਾ। ਤੇ ਜਦੋਂ ਉਹਨੇ ਸੀਮੈਂਟ ਦਾ ਬਣਿਆ ਸੀਗਾ ਉੱਥੇ ਥੜਾ ਜਿਹਾ, ਉੱਥੇ ਬਿਠਾ ਦਿੱਤਾ। ਕਹਿੰਦਾ ਤੂੰ ਬੈਠ, ਮੈਂ ਆਇਆ। ਤੇ ਜਦੋਂ ਹੀ ਉਹ ਗਿਆ ਮੈਂ ਉੱਥੋਂ ਭੱਜ ਗਈ ਕਿਸੇ ਤਰ੍ਹਾਂ, ਜੋ ਵੀ ਲੰਗੜਾਉਂਦਾ ਚਲੀ ਗਈ। ਮੈਂ ਸੈਕਟਰ 17 ਦੇ ਪੁਲਿਸ ਸਟੇਸ਼ਨ ਆਈ। ਤੇ ਪੁਲਿਸ ਸਟੇਸ਼ਨ ਜਦੋਂ ਆ ਕੇ ਮੈਂ ਆਪਣੀ ਰਿਪੋਰਟ ਲਿਖਾਣੇ ਚਾਹੀ ਤਾਂ ਪੁਲਿਸ ਨੇ ਲਿਖੀ ਨਹੀਂ ਰਿਪੋਰਟ। ਕਹਿੰਦਾ ਅੰਬਾਲਾ ਜਾ, ਤੂੰ ਅੰਬਾਲਾ ਹੀ ਤੇਰੀ ਰਿਪੋਰਟ ਲਿਖੀ ਜਾਏਗੀ, ਜਿੱਥੇ ਦਾ ਕੇਸ ਉੱਥੇ ਹੀ ਹੋਏਗਾ। ਤੇ ਫਿਰ ਮਜ਼ਾਕ ਕਰਨ ਲੱਗੇ ਮੇਰਾ, ਕੀ ਹੋਇਆ ਸੀ, ਕਿੱਦਾਂ ਹੋਇਆ ਸੀ, ਕਿੱਦਾਂ ਕੀਤਾ ਉਹਨਾਂ ਨੇ। ਪੁਲਿਸ ਨੇ ਮਜ਼ਾਕ ਕੀਤਾ? ਹਾਂ, ਪੁਲਿਸ ਮੇਰੇ ਸਟੋਰੀਆਂ ਪੁੱਛਣ ਲਈ, ਕਿਵੇਂ ਕੀਤਾ, ਕਿੰਨੇ ਮੁੰਡਿਆਂ ਨੇ ਕੀਤਾ। ਮਤਲਬ ਸਾਰੀ ਸਟੋਰੀਆਂ ਬੜੀ ਮੇਰੇ ਨਾਲ ਮਜ਼ਾਕ ਬਣਾ ਕੇ। ਫਿਰ ਮੈਂ ਸੋਚਿਆ ਇਹਨਾਂ ਦਾ ਕੋਈ ਜਦੋਂ ਰਿਪੋਰਟ ਹੀ ਨਹੀਂ ਲਿਖਣੀ ਹੈ ਤੇ ਕਾਹਨੂੰ ਪੁੱਛ ਰਹੇ ਮੈਨੂੰ। ਮੈਂ ਉਹਨਾਂ ਨੂੰ ਬਹਾਨਾ ਮਾਰ ਕੇ ਪਾਣੀ ਪੀਣ ਦਾ ਬਹਾਨਾ, ਕਹਿੰਦਾ ਇੱਥੇ ਹੀ ਲਿਆਂਦੇ ਪਾਣੀ। ਮੈਂ ਕਹਿੰਦੀ ਮੈਂ ਤਾਂ ਕੂਲਰ ਲੱਗਿਆ ਸੀ। ਮੈਂ ਕਿਹਾ ਮੈਂ ਆਉਂਦੀ 2 ਮਿੰਟ। ਜਦੋਂ ਮੈਂ ਗਈ ਤੇ ਮੈਂ ਉੱਧਰੋਂ ਹੀ ਭੱਜ ਗਈ, ਉੱਥੋਂ ਬਾਹਰ ਨਿਕਲ ਕੇ। ਤੇ ਫਿਰ ਉਸ ਤੋਂ ਬਾਅਦ ਪੇਰੈਂਟਸ ਨੂੰ ਦੱਸਿਆ, ਮਾਤਾ ਪਿਤਾ ਨੂੰ ਦੱਸਿਆ, ਜਾਂ ਉੱਥੋਂ ਪਹਿਲਾਂ ਹੀ ਪਤਾ ਸੀ ਕਿ ਉਮੀਦ ਨਹੀਂ ਕੋਈ? ਪੇਰੈਂਟਸ ਤਾਂ ਮੈਨੂੰ ਪਤਾ ਸੀ, ਉਹ ਉਮੀਦ ਨਹੀਂ, ਪਰ ਮੈਂ ਡਿਪਰੈਸ਼ਨ ਚਲੀ ਗਈ ਬਹੁਤ ਜ਼ਿਆਦਾ। ਮੈਨੂੰ ਉਹੀ ਸੁਪਨੇ ਬਾਰ-ਬਾਰ ਉਹ ਮੁੰਡਿਆਂ ਦੇ, ਕਿਵੇਂ ਉਹਨਾਂ ਨੇ ਮੈਨੂੰ ਕੁੱਟਿਆ, ਮਾਰਿਆ, ਫਿਰ ਮਾਰ ਕੇ ਮੈਨੂੰ ਰੇਪ ਕੀਤਾ। ਤੇ ਉਹੀ ਸਾਰੀ ਗੱਲਾਂ ਮੇਰੇ ਦਿਮਾਗ 'ਚ, ਜਿਸ ਕਰਕੇ ਮੇਰੇ ਅੰਦਰ ਬਹੁਤ ਜ਼ਿਆਦਾ ਨਿਰਾਸ਼ਾ, ਡਿਪਰੈਸ਼ਨ, ਸਾਰਾ ਐਂਗਜ਼ਾਇਟੀ ਹੋ ਗਿਆ ਮੇਰਾ। ਤੇ ਮੈਂ ਇੱਕਦਮ ਡਿਸਾਈਡ ਕਰ ਲਿਆ ਕਿ ਮੈਂ ਮਰ ਜਾਣਾ ਬਸ। ਤੇ ਮੈਂ ਜਦੋਂ ਘਰੋਂ ਭੱਜ ਗਈ ਤੇ ਭੱਜ ਕੇ ਮੈਂ ਜੰਗਲ 'ਚ, ਸਾਡੇ ਕੋਲ ਨੇੜੇ ਹੀ ਜੰਗਲ ਹੈਗਾ, ਉੱਥੇ ਚਲੇ ਗਈ ਰਾਤ ਨੂੰ 12-1 ਵਜੇ ਕਰੀਬ। ਕਿਉਂਕਿ ਉਸ ਟਾਈਮ ਮੇਰੇ ਨੂੰ ਐਂਗਜ਼ਾਇਟੀ ਦਾ ਅਟੈਕ ਪਿਆ, ਡਿਪਰੈਸ਼ਨ ਦਾ ਅਟੈਕ। ਸੋ ਮੈਂ ਭੱਜ ਗਈ ਘਰੋਂ। ਭੱਜ ਕੇ ਉੱਥੇ ਮੈਂ ਜਿੱਦਾਂ ਹੀ ਆਪਣੇ ਸੋਚਣ ਲੱਗੀ ਮੈਂ ਮਰ ਜਾਣਾ, ਤੇ ਮੈਂ ਉਹੀ ਗੱਲਾਂ ਸਾਰੇ ਵਾਰ ਮੇਰੇ ਦਿਮਾਗ 'ਚ ਆਈ ਗਈਆਂ ਕਿ ਸਪੋਰਟ ਨਹੀਂ ਹੈ ਮੁੰਡਿਆਂ ਨੇ ਵੀ ਇੱਦਾਂ ਮੇਰੇ ਨਾਲ ਕੀਤਾ। ਫਿਰ ਮੈਂ ਸੋਚਿਆ ਵੀ ਮੈਂ, ਜਦੋਂ ਮੇਰੀ ਮੰਮੀ ਦੀ ਗੱਲ ਵੀ ਸੀ ਉਹ ਦਿਮਾਗ 'ਚ ਆਈ, ਜਿੱਦਾਂ ਉਹਨਾਂ ਨੇ ਰੋਕਿਆ ਸੀ ਵੀ ਪੜ੍ਹ ਲਿਖ ਜਾ। ਫਿਰ ਮੈਂ ਸੋਚੀ ਵੀ ਮੈਂ ਮਰ ਕੇ ਕੀ ਆਪਣਾ ਹੀ ਨੁਕਸਾਨ ਕਰ ਰਹੀ ਹਾਂ, ਹੈ ਨਾ। ਮੇਰੀ ਮਦਰ ਨੇ ਵੀ ਇਹ ਕਿਹਾ ਸੀ ਵੀ ਤੂੰ ਮਰ ਕੇ ਤਾਂ ਆਪਣਾ ਹੀ ਨੁਕਸਾਨ ਕਰ, ਦੁਨੀਆ ਨੇ 2-4 ਦਿਨ ਰੋਣਾ ਹੈ, ਉਸ ਤੋਂ ਬਾਅਦ ਖਤਮ, ਕਹਾਣੀ ਖਤਮ ਹੈ। ਤੇ ਮੈਂ ਫਿਰ ਸੋਚਿਆ ਮੈਂ ਕਿਉਂ ਮਰ ਰਹੀ ਹਾਂ, ਮੈਂ ਲੜਨਾ, ਹਾਂ ਮੈਂ ਕਿਉਂ ਮਰਾਂ ਵੀ ਮੈਂ। ਫਿਰ ਮੈਂ ਸੋਚਿਆ ਵੀ ਮੈਂ ਮਰਾਂਗੀ ਨਹੀਂ, ਮੈਂ ਦੁਨੀਆ ਦੀ ਸੋਚ ਬਦਲਾਂਗੀ। ਤਾਂ ਉਹ ਫਿਰ 2002 ਉਸ ਤੋਂ ਬਾਅਦ ਹੀ ਸਾਰੇ NGOs ਨਾਲ HIV AIDS ਦੇ ਪ੍ਰੋਗਰਾਮਸ ਉਸ ਟਾਈਮ ਚੱਲ ਰਹੇ ਸੀਗੇ। ਨੈਕੋ ਦੇ ਇੱਥੇ ਸਟੇਟ ਏਡਸ ਕੰਟਰੋਲ ਸੁਸਾਇਟੀ ਸੀਗੀ, ਸਟੇਟ ਏਡਸ ਕੰਟਰੋਲ ਸੁਸਾਇਟੀ ਦੇ ਨਾਲ, ਕਿਉਂਕਿ ਹੋਰ ਕੋਈ ਜਗ੍ਹਾ ਇੱਦਾਂ ਦੀ ਨਹੀਂ ਸੀ ਜਿੱਥੇ ਸਾਨੂੰ ਜੌਬ ਮਿਲੇ। ਫਿਰ ਸਾਨੂੰ ਪੀਅਰ ਐਜੂਕੇਟਰ ਹੋ ਗਿਆ, ਆਊਟਰੀਚ ਵਰਕਰ ਹੋ ਗਏ, ਇੱਦਾਂ ਦੀ ਜੌਬ। ਹਾਂ। ਅੱਛਾ, ਜਦੋਂ ਤੁਸੀਂ ਇਹ ਕੁਛ ਦੇਖਿਆ, ਰੇਪ ਹੋਇਆ 93-94 ਦੇ ਵਿੱਚ, ਅਟੈਂਪਟ ਹੋਇਆ ਰੇਪ ਦਾ, ਤੁਸੀਂ ਫਿਰ ਆਪਣੇ ਘਰ ਤੋਂ ਬਾਹਰ 2002 ਦੇ ਵਿੱਚ ਪੱਕੇ ਤੌਰ ਤੇ ਘਰ ਛੱਡਿਆ? 2002 'ਚ ਘਰ ਨਹੀਂ ਛੱਡਿਆ, ਮੈਂ ਆਉਣਾ ਜਾਣਾ ਰਿਹਾ ਮੇਰਾ। ਬਾਹਰ ਵੀ ਰਹੀ ਮੈਂ, ਫਿਰ ਆਉਣਾ ਜਾਣਾ ਰਹਿੰਦਾ ਸੀ। ਜਿਸ ਤਰ੍ਹਾਂ ਮਹੀਨੇ ਵਾਸਤੇ ਚਲੇ ਗਏ, ਫਿਰ ਆ ਗਏ, ਫਿਰ ਚਲੇ ਗਏ, ਫਿਰ ਆ ਗਏ। ਪਰਮਾਨੈਂਟ ਮੈਂ ਨਹੀਂ ਛੱਡਿਆ। ਪਰਮਾਨੈਂਟ ਤਾਂ ਹੁਣ ਮੈਂ 5-6 ਸਾਲਾਂ ਦਾ ਛੱਡਿਆ। ਜਦੋਂ ਘਰ ਛੱਡਿਆ ਸੀ ਤਾਂ ਕਿਹਾ ਕਿ ਮੈਂ ਜਾ ਰਹੀ ਹਾਂ, ਮੈਂ ਉੱਥੇ ਆਪਣੀ ਕਮਿਊਨਿਟੀ ਦੇ ਲਈ ਕੁਛ ਕਰਨਾ, ਮੈਂ ਲੋਕਾਂ ਦੀ ਸੋਚ ਬਦਲਣੀ ਆ। ਜਿਹੜੇ ਫਾਦਰ ਸਾਹਿਬ ਤੁਹਾਨੂੰ ਲੁਕਾਉਂਦੇ ਰਹੇ ਕਿ ਮੇਰਾ ਬੇਟਾ ਹੈਗਾ, ਤੂੰ ਬੇਟੇ ਦੀ ਤਰ੍ਹਾਂ ਰਹਿ, ਉਹਨਾਂ ਦਾ ਕੀ ਸ਼ਬਦ ਸੀ, ਉਹਨਾਂ ਦਾ ਕੀ ਰਿਐਕਸ਼ਨ ਸੀ? ਫਾਦਰ ਨੇ ਕਦੇ ਵੀ ਐਕਸੈਪਟ ਨਹੀਂ ਕੀਤਾ। ਫਾਦਰ ਦੇ ਸ਼ਬਦ ਇਹੀ ਸੀਗਾ ਜੀ, ਜਦ ਤੱਕ ਤੂੰ, ਉਹ ਵੀ ਜਦੋਂ ਮੈਂ ਘਰ ਛੱਡਿਆ ਜਾਂ ਛੱਡਤੇ, ਉਹਨਾਂ ਕਹਿੰਦੇ ਉਹੀ ਸ਼ਬਦ ਹੈ ਵੀ ਇੱਥੋਂ ਦਫਾ ਹੋ ਜਾ, ਗੋ ਟੂ ਹੈਲ, ਗੋ ਟੂ ਹੈਲ। ਸੋ ਕਿਉਂਕਿ ਦੇਖੋ
ਉਹਨਾਂ ਦੇ ਵਾਸਤੇ ਪਹਿਲੀ ਮਾਨ ਮਰਿਆਦਾ ਸੀਗੀ, ਉਹਨਾਂ ਦੇ ਵਾਸਤੇ ਬੱਚਾ ਪ੍ਰਾਇੋਰਟੀ ਨਹੀਂ ਸੀਗਾ, ਉਹਨਾਂ ਦੇ ਵਾਸਤੇ ਜਿਹੜੇ ਆਪਣੀ ਇੱਜ਼ਤ, ਹਾਂ ਉਹਨਾਂ ਦੀ ਇੱਜ਼ਤ ਸੀ। ਚਾਰ ਲੋਕ ਕੀ ਕਹਿਣਗੇ, ਉਹ ਚਾਰ ਲੋਕ ਜਦੋਂ ਵਿਚਾਰੇ ਉਹਨਾਂ ਦੀ, ਮੈਂ ਤਾਂ ਉਹਨਾਂ ਦੀ ਪਰਮਾਤਮਾ ਆਪਣੇ ਉਹਨਾਂ ਨੂੰ ਆਪਣੇ ਚਰਨਾਂ 'ਚ ਸਥਾਨ ਦੇਵੇ, ਉਹਨਾਂ ਦੀ ਡੈਥ ਹੋਈ 2 ਸਾਲ ਪਹਿਲੇ, ਤੇ ਚਾਰ ਲੋਕ ਤਾਂ ਉਹਨਾਂ ਨੂੰ ਬਾਅਦ 'ਚ ਵੀ ਨਹੀਂ ਛੱਡਣਗੇ। ਜਦੋਂ ਇਨਸਾਨ ਮਰਦਾ ਤਾਂ ਚਾਰ ਲੋਕ ਉਹੀ ਲੋਕ ਲੈ ਕੇ ਜਾਂਦੇ ਵੀ ਛੇਤੀ ਛੇਤੀ ਉਹਨੂੰ ਫੂਕ ਦਿਓ, ਕਿਉਂਕਿ ਹੁਣ ਤਾਂ ਡੈੱਡ ਬੋਡੀ ਹੋ ਗਈ ਹੈ। ਤਾਂ ਚਾਰ ਲੋਕ ਤਾਂ ਮਰਦੇ ਟਾਈਮ ਤੱਕ ਨਹੀਂ ਪਿੱਛਾ ਛੱਡਦੇ। ਚਾਰ ਲੋਕ ਕਿਆ ਬੋਲਣਗੇ, ਇੱਧਰ ਦੇ ਉੱਧਰ ਦੇ, ਉਹਨਾਂ ਦੀ ਅਗਰ ਜੇ ਅਸੀਂ ਪਰਵਾਹ ਕਰਾਂਗੇ, ਮਰਨ ਤੋਂ ਬਾਅਦ ਤਾਂ ਕੋਈ ਵੀ ਪਰਵਾਹ ਨਹੀਂ ਕਰਦਾ ਨਾ। ਬਿਲਕੁਲ। ਜਿੰਦਾ ਰਹਿੰਦਾ ਤਾਂ ਪਰਵਾਹ ਕਰਦੇ ਵੀ ਇਹ ਵੀ ਸਾਡੇ ਰਿਸ਼ਤੇਦਾਰ। ਮੈਨੂੰ ਲੱਗਦਾ ਕਿ ਮਾਂ-ਬਾਪ ਜੇ ਮੇਰੇ ਨਾਲ ਖੜਦੇ, ਜੇ ਲੋਕਾਂ ਦਾ ਜਵਾਬ ਦਿੰਦੇ ਕਿ ਹਾਂ ਮੇਰਾ ਬੱਚਾ ਹੈ, ਜਿੱਦਾਂ ਦਾ ਵੀ ਹੈ, ਜੋ ਵੀ ਹੈ, ਤੇ ਮੈਨੂੰ ਸਪੋਰਟ ਮਿਲਦਾ। ਔਰ ਮੈਂ ਅੱਜ ਆਪਣੀ ਫੈਮਿਲੀ 'ਚ ਹੁੰਦੀ ਤੇ ਮੈਂ ਭਾਵੇਂ ਸਾੜੀ ਪਾਵਾਂ, ਭਾਵੇਂ ਪੈਂਟ ਸ਼ਰਟ ਪਾਵਾਂ, ਜੋ ਮਰਜ਼ੀ ਪਾਵਾਂ, ਇਹ ਮੇਰਾ ਅਧਿਕਾਰ ਸੀਗਾ, ਮੇਰਾ ਰਾਈਟ ਸੀਗੇ ਨਾ, ਉਹ ਮੇਰਾ ਚੋਇਸ ਹੈ ਨਾ। ਸੋ ਉਹ ਚੀਜ਼ਾਂ ਮੇਰੇ ਫਾਦਰ ਦੇ ਨਹੀਂ ਸਮਝ ਪਾਏ। ਲੇਕਿਨ ਜਦੋਂ ਮਰੇ ਹੈ ਨਾ, ਜਦੋਂ ਉਹਨਾਂ ਦੀ ਡੈਥ ਹੋਈ ਹੈ, ਤੇ ਮੈਂ ਹਮੇਸ਼ਾ ਪ੍ਰਾਰਥਨਾ ਕਰਦੀ ਸੀ ਕਿ ਪਰਮਾਤਮਾ ਇਹਨਾਂ ਨੂੰ ਜਲਦੀ ਠੀਕ ਕਰ ਦਿਓ। ਲੇਕਿਨ ਜਦੋਂ ਉਹਨਾਂ ਦੀ ਡੈਥ ਹੋਈ, ਉਸ ਟਾਈਮ ਉਹਨਾਂ ਨੇ ਕਿਹਾ ਕਿ ਮੈਨੂੰ ਬੁਲਾਇਆ ਤੇ ਕਹਿੰਦੇ ਵੀ ਤੁਮ ਆਪਣੀ ਜ਼ਿੰਦਗੀ ਜੀ ਲਓ ਜੈਸਾ ਵੀ ਜੀਣਾ ਹੈ। ਮੈਂ ਕਿਹਾ ਯਾਰ ਸਾਰੀ ਜ਼ਿੰਦਗੀ ਤਾਂ ਮੈਂ ਜੀ ਨਹੀਂ ਸਕੀ, ਹੁਣ ਕੀ ਜੀਣਾ ਮੈਂ 50-52 ਸਾਲ 'ਚ ਨਾ, ਹੁਣ ਤਾਂ ਮੈਂ ਜੀ ਲਈ ਜੋ ਜੀਣਾ ਸੀਗਾ। ਜਦੋਂ ਮੈਂ ਜੀਣਾ ਸੀ ਉਸ ਟਾਈਮ ਜੀਣ ਨਹੀਂ ਦਿੱਤਾ, ਹੁਣ ਕਿਆ ਮੈਂ ਜੀਣਾ। ਸ਼ਿਕਵਾ ਰਿਹਾ ਫਾਦਰ। ਹਾਂ। ਫਿਰ ਉਹ ਜਦੋਂ ਉਹਨਾਂ ਦੀ ਡੈਥ ਹੋ ਗਈ, ਫਿਰ ਉਹਨਾਂ ਦਾ ਸੰਸਕਾਰ ਕਰਨ ਵਾਲਾ ਵੀ ਕੋਈ ਨਹੀਂ ਸੀ। ਮੇਰੇ ਬ੍ਰਦਰ ਦੀ ਤਾਂ ਡੈਥ ਹੋ ਗਈ ਸੀਗੀ। ਅੱਛਾ। ਤੇ ਮੇਰੇ ਤਾਂ ਲੰਬੇ ਬਾਲ ਸੀਗੇ। 2 ਸਾਲ ਦੀ ਗੱਲ ਪਹਿਲੇ ਦੀ ਗੱਲ ਹੈ, ਮੈਂ ਤਾਂ ਬਾਲ ਨਹੀਂ ਕੱਟੇ, ਕਿਉਂਕਿ ਹਿੰਦੂਆਂ 'ਚ ਬਾਲ ਕੱਟਣੇ ਹੁੰਦੇ ਹੈ, ਪੂਰਾ ਉਹਦੇ ਬੈਠਣਾ ਪੈਂਦਾ ਹੈ। ਪਰ ਕਿਸੇ ਦੀ ਹਿੰਮਤ ਵੀ ਨਹੀਂ ਪਈ ਮੈਨੂੰ ਕਹਿਣ ਦੀ ਵੀ ਤੂੰ ਆਪਣੇ ਬਾਲ ਕੱਟ ਕੇ ਆਪਣਾ ਰਿਚੁਅਲ ਕਰੋ, ਇਹ ਕਰੋ, ਉਹ ਕਰੋ। ਨੋ, ਕਿਸੇ ਨੇ ਕੁਝ ਨਹੀਂ ਕਿਹਾ। ਮੈਂ ਆਪਣੇ ਜਿਸ ਤਰ੍ਹਾਂ ਮੇਰਾ ਮਨ ਕੀਤਾ, ਕਿਉਂਕਿ ਮੈਨੂੰ ਲੱਗਦਾ ਸੀ ਮੇਰਾ ਫਰਜ਼ ਹੈ ਉਹਨਾਂ ਨੂੰ ਅਗਨੀ ਦੇਣਾ। ਮੈਂ ਤੁਸੀਂ ਨੇ ਅੰਤਿਮ ਰਸਮਾਂ ਉਹਨਾਂ ਦੀਆਂ ਤੁਸੀਂ ਨੇ ਨਿਭਾਈਆਂ? ਅਗਨੀ ਮੈਂ ਦਿੱਤੀ ਉਹਨਾਂ ਨੂੰ। ਤੇ ਜਦੋਂ ਸ਼ਮਸ਼ਾਨ ਘਾਟ ਸੀ, ਜਦੋਂ ਅਸੀਂ ਉਹਨਾਂ ਦੇ ਫੁੱਲ ਚੱਕਣਗੇ, ਤੇ ਮੈਂ ਪੰਡਿਤ ਨੂੰ, ਜਿਹੜੇ ਉੱਥੇ ਪੰਡਿਤ ਸੀਗੇ, ਉਹਨਾਂ ਦੇ ਨਾਲ ਗੱਲ ਕੀਤੀ। ਮੈਂ ਪੈਸੇ ਦੇਣ ਦੀ ਕੋਸ਼ਿਸ਼ ਕੀਤੀ। ਪੰਡਿਤ ਨੇ ਪਹਿਲੇ ਦਿਨ ਹੀ ਮੈਨੂੰ ਪਛਾਣ ਲਿਆ ਸੀਗਾ, ਤੇ ਮੈਂ ਜੂੜਾ ਬੰਨਿਆ ਸੀ, ਲੇਕਿਨ ਸ਼ਕਲ ਦਾ ਪਤਾ ਲੱਗ ਹੀ ਜਾਂਦਾ ਨਾ, ਸ਼ਕਲ ਦਾ ਇਨਸਾਨ ਕਿੱਥੇ ਲੁਕੋਏਗਾ। ਤੇ ਪੰਡਿਤ ਨੇ ਮੇਰੇ ਹੱਥ ਜੋੜੇ, ਕਹਿੰਦੇ हम आपसे पैसे नहीं ले सकते हैं, आप तो देवता समान हो, है ना। अच्छा, मेरे को रिस्पेक्ट ਦਿੱਤੀ ਤੁਹਾਨੂੰ? हाँ, रिस्पेक्ट देते। कहते हैं आप देवता समान, आपसे पैसे नहीं ले सकते हैं, आप हमें आशीर्वाद दो। कहते ये तो बहुत, मेरे ਜਿਹੜੇ ਨਾਲ ਦੇ ਰਿਸ਼ਤੇਦਾਰ ਸੀਗੇ ਨਾ, ਉਹਨਾਂ ਨੂੰ ਕਹਿੰਦੇ तुम तो बहुत भाग्यशाली हो कि एक जैसे किन्नर ने अपने पिता का संस्कार किया है, नहीं तो किन्नर लोग कहाँ करते हैं ना, घर से भाग जाते हैं, दूर दूर चले जाते हैं। जब वो फादर या मदर मर जाए तो उसके 10 दिन बाद उनको खबर मिलती कि तुम्हारे पेरेंट्स गुजर गए हैं। तो वो जो चीज़ है ना, मैं सोचती हूँ वो ਜਿਹੜੇ ਮੈਨੂੰ ਨਸੀਬ 'ਚ ਸੀਗਾ ਮੇਰੇ। ਬੇਸ਼ੱਕ ਉਹਨਾਂ ਨੇ ਜੋ ਮਰਜ਼ੀ ਮੇਰੇ ਨਾਲ ਕੀਤਾ ਹੈ, ਠੀਕ ਹੈ, ਉਹ ਪਰ ਫਿਰ ਵੀ ਬਾਪ ਸੀ। ਹਾਂ, ਮੇਰੇ ਪਿਤਾ ਸੀਗਾ। ਤੇ ਇਮੋਸ਼ਨਲ ਵੀ ਤੁਸੀਂ ਧਨੰਜੇ? ਹਾਂ, ਮੈਨੂੰ ਲੱਗਦਾ ਜਦੋਂ ਲਾਸਟ ਮੈਨੂੰ ਉਹਨਾਂ ਦੀ ਮਤਲਬ ਜਦੋਂ ਉਹਨਾਂ ਦੀ ਡੈਥ ਹੋ ਰਹੀ ਸੀਗੀ, ਤੇ ਮਤਲਬ ਲਾਸਟ ਜਿਹੜੇ ਹੁੰਦੇ ਨੇ ਕਿ ਲਾਸਟ ਟਾਈਮ ਹੁੰਦਾ, ਉਹ ਯਾਦ ਆ ਰਿਹਾ। ਹਾਂ, ਉਸ ਟਾਈਮ ਮੈਂ ਕਹਿੰਦਾ, ਮੈਂ ਸੋਚਿਆ ਵੀ ਜੇ ਉਹ ਮੈਨੂੰ ਸਾਰੀ ਜ਼ਿੰਦਗੀ ਇੰਨਾ ਪਿਆਰ ਦਿੰਦੇ, ਲੋਕਾਂ ਦੀ ਪਰਵਾਹ ਨਾ ਕਰਦੇ, ਕਿਉਂਕਿ ਉਹਨਾਂ ਨੇ ਸੋਚਿਆ ਹੁਣ ਤਾਂ ਮੈਂ ਪਰਵਾਹ ਕਰਨ ਦਾ ਜੋਗਿਆ ਹੀ नहीं है, अब तो कोई परवाह करे ना करे, वो तो जा रहे हैं दुनिया से। पर उन्होंने कहा था मेरे अपनी माँ का ਚਲੋ ਇੱਕ ਜਾਂਦੀ ਵਾਰ ਦਾ ਇੱਕ ਤੁਹਾਨੂੰ ਤਸੱਲੀ ਜਿਹੜੀ ਆ ਦੇ ਗਏ ਕਿ ਹਾਂ ਤੂੰ ਜਿੱਦਾਂ ਤੂੰ ਚਾਹੁੰਦਾ। ਹਾਂ, ਪਰ ਮੈਨੂੰ ਇਹ ਵੀ ਬੜਾ ਹੈਗਾ ਕਿ ਖੁਸ਼ੀ ਹੁੰਦੀ ਹੈ ਕਿ ਮੈਂ ਉਹਨਾਂ ਦੇ ਸਾਰੇ ਸੰਸਕਾਰ ਕੀਤੇ ਹਨ, ਠੀਕ ਹੈ ਨਾ। ਉਹ ਮੇਰੇ ਨਸੀਬ 'ਚ ਸੀਗੇ। ਮੈਂ ਉਹਨਾਂ ਦੀ ਜਿਹੜੀ ਫੁੱਲ ਸੀਗੀ, ਮੈਂ ਆਪਣੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਮੇਰੀ ਜਨਮ ਸਥਲੀ ਹੈ ਨਾ ਦੇਵ ਪ੍ਰਯਾਗ ਜਿਹੜਾ ਹੈਗਾ ਉਹ ਬਦਰੀਨਾਥ। ਹਾਂ, ਬਦਰੀਨਾਥ ਜਾਂਦੇ ਹੋਏ ਰਸਤੇ 'ਚ ਦੇਵ ਪ੍ਰਯਾਗ, 5 ਪ੍ਰਯਾਗਾਂ ਵਿੱਚ ਇੱਕ ਪ੍ਰਯਾਗ ਹੈ ਦੇਵ ਪ੍ਰਯਾਗ। ਉੱਥੇ ਜਾ ਕੇ ਉਹਨਾਂ ਨੂੰ ਗੰਗਾ 'ਚ ਪ੍ਰਭਾਵਿਤ ਕਰਨਾ, ਹਰਿਦੁਆਰ ਨਾ ਕਰਨਾ, ਬਟ ਮੇਰੇ ਪਿੰਡ 'ਚ ਜਾ ਕੇ ਕਰਨਾ। ਤੇ ਮੈਂ ਉਹਨਾਂ ਦੀ ਅਸਥੀਆਂ ਲੈ ਕੇ ਉੱਥੇ ਗਈ। ਸੋ ਸਾਰੇ ਰਿਚੁਅਲ ਜੋ ਸੀਗੇ ਉਹ ਮੈਂ ਪੂਰੇ ਕੀਤੇ ਹਨ। ਮੇਰਾ ਫਰਜ਼ ਸੀ। ਤੁਸੀਂ ਆਪਣਾ ਫਰਜ਼ ਨਿਭਾਇਆ, ਪਰ ਆਪਣੇ ਆਪ ਦੀ ਆਇਡੈਂਟੀਟੀ ਵੀ ਇੱਕ ਦੁਨੀਆ ਦੇ ਵਿੱਚ ਕਾਇਮ ਕੀਤੀ।
ਜੇ ਮੈਂ ਕਹਿੰਦਾ ਦੇਸ਼ ਦਾ ਸਭ ਤੋਂ ਵੱਧ ਪੜ੍ਹਿਆ ਲਿਖਿਆ ਟਰਾਂਸਜੈਂਡਰ ਤੁਹਾਨੂੰ ਕਹਿ ਲਿਆ ਜਾਵੇ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਤੋਂ ਜ਼ਿਆਦਾ ਪੜ੍ਹਿਆ ਲਿਖਿਆ ਟਰਾਂਸਜੈਂਡਰ नहीं और भी हैगे हैं, ऐसा नहीं कि बहुत सारे ट्रांसजेंडर हम पढ़ रहे हैं, है ना, बहुत सारे ਪਰ ਉਹਨਾਂ ਦੇ ਲਈ ਰਸਤਾ ਖੋਲਣੇ ਵਾਲਾ ਮੈਨੂੰ ਲੱਗਦਾ ਕਿ ਧਨੰਜੇ ਹੋਣੀ ਤੇ ਹਾਂ ਅਸੀਂ ਸਟਰਗਲ ਕੀਤਾ Struggle ਕੀਤਾ, ਬਿਲਕੁਲ। ਬਿਲਕੁਲ। ਅਸੀਂ ਏਜ ਸਾਡੀ ਏਜ ਵੀ 50-55 ਸਾਲ ਦੀ ਹੋ ਗਈ ਤੇ ਅਸੀਂ ਜਿਹੜੇ ਪਹਿਲੇ ਅਸੀਂ ਸੈਕੰਡ ਲਾਈਨ ਵਾਲੇ ਜਿਹੜੇ ਸੈਕੰਡ ਲਾਈਨ ਦੇ ਟਰਾਂਸਜੈਂਡਰ ਹੈ ਉਹ ਹੈਗੇ ਆ। ਫਸਟ ਲਾਈਨ ਦੇ ਜਿਹੜੇ 90s ਵਿੱਚ ਸੀਗੇ, ਉਸ ਤੋਂ ਪਹਿਲੇ ਤਾਂ ਪਤਾ ਨਹੀਂ ਕਿਉਂਕਿ ਖੁੱਸੇ ਨੇ ਡੇਰਿਆਂ ਵਿੱਚ ਰਹਿੰਦੇ ਸੀਗੇ, ਲੇਕਿਨ 90s ਵਿੱਚ ਜਾ ਕੇ ਬਾਹਰ ਆਣਾ ਸ਼ੁਰੂ ਹੋਏ। ਬਿਲਕੁਲ। ਤੇ ਤੁਹਾਡੀ ਸਟੱਡੀ ਕੀ ਹੈਗੀ? ਮੈਂ ਤੁਹਾਡੀਆਂ ਡਿਗਰੀਆਂ, ਤੁਹਾਡੇ ਡਿਪਲੋਮੇ, ਉਹ ਕਿਉਂਕਿ ਜੇ ਇਹਨਾਂ ਦੀ ਡਿਟੇਲਿੰਗ ਦੇ ਵਿੱਚ ਜਾਊਂ ਤਾਂ ਹੋ ਸਕਦਾ ਇਹ ਇੰਟਰਵਿਊ ਬਹੁਤ ਲੰਬਾ ਸਮਾਂ ਜਾਵੇ, ਲੰਬਾ ਸਮਾਂ ਚੱਲੇ। ਤੁਹਾਡੀਆਂ ਸਟੱਡੀ ਕੀ ਹੈਗੀ? ਮੈਂ BA ਆਨਰਸ ਕੀਤੀ ਹੋਈ ਹਿਸਟਰੀ 'ਚ, ਤੇ ਡਿਪਲੋਮਾ ਇਨ ਫ੍ਰੈਂਚ ਲੈਂਗੁਏਜ, ਡਿਪਲੋਮਾ ਇਨ ਰਸ਼ੀਅਨ ਲੈਂਗੁਏਜ, ਡਿਪਲੋਮਾ ਇਨ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ, master in social work, master in human rights and duties, so and trained in music, classical music, classical dance, और भी बहुत सारी चीज़ें ਤੁਹਾਨੂੰ ਵੀ ਨਹੀਂ ਯਾਦ? क्योंकि बहुत सारी चीज़ें हैगियां मेरे को डिग्रियां ही 17-18 हैगियां ਤਾਂ ਮੈਨੂੰ ਯਾਦ ਵੀ ਨਹੀਂ ਕਿਹੜੀ ਕਿਹੜੀ। ਅੱਛਾ ਧਨੰਜੇ, ਇੰਨਾ ਕੁਝ ਤੁਸੀਂ ਪੜ੍ਹੇ ਲਿਖੇ, ਤੁਸੀਂ ਆਪਣੀ ਕਮਿਊਨਿਟੀ ਦੇ ਲਈ ਜਾਂ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਸੁਪਰੀਮ ਕੋਰਟ ਤੱਕ ਲੜੇ ਹੋ, ਉਹ ਕੀ ਆ? ਤੁਸੀਂ ਕੀ ਕੁਝ ਪ੍ਰਾਪਤ ਕਰ ਪਾਏ ਹੋ ਆਪਣੇ ਉਸ ਕਾਨੂੰਨੀ ਲੜਾਈ ਦੇ ਵਿੱਚ ਹਾਲੇ ਤੱਕ? ਕਾਨੂੰਨੀ ਲੜਾਈ ਵਿੱਚ ਦੇਖੋ, ਪਹਿਲੇ ਸਭ ਤੋਂ ਪਹਿਲੇ ਮਾਨਯੋਗ ਜਿਹੜੇ ਸੁਪਰੀਮ ਕੋਰਟ ਸਰਵੋੱਚ ਨਿਆਂਲय ਸੀ, ਉਹਨਾਂ ਨੇ 15 ਅਪ੍ਰੈਲ 2014 ਵਿੱਚ ਸਾਨੂੰ ਥਰਡ ਜੈਂਡਰ ਰਿਕੋਗਨਾਈਜ਼ ਕੀਤਾ। ਉਹ ਤੁਹਾਡੀ ਮਿਹਨਤ ਸੀ ਪਿੱਛੇ? ਮੇਰੀ ਮੈਂ ਚੰਡੀਗੜ੍ਹ ਤੋਂ ਰਿਪਰੈਜ਼ੈਂਟ ਕੀਤਾ, ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਤੋਂ। ਤੇ ਬਾਕੀ ਲੋਕ ਇਸ ਇੰਡੀਆ ਤੋਂ ਕਾਫੀ ਲੋਕ ਆਏ, ਬੜੇ ਬੜੇ ਜਿਨ੍ਹਾਂ ਨੇ ਆਪਣੇ ਆਪਣੇ ਸਟੇਟ 'ਚ ਅੱਛਾ ਕੰਮ ਕੀਤਾ ਹੈ। ਸਾਰੇ ਲੋਕ ਦਿੱਲੀ 'ਚ ਇਕੱਠਾ ਹੋਏ। ਅਸੀਂ ਫਿਰ ਨਾਲਸਾ ਦੇ ਨਾਲ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਨਾਲ ਮਿਲ ਕੇ ਇੱਕ PIL ਜਿਹੜੀ ਯਾਚਿਕਾ ਦਾਇਰ ਕੀਤੀ ਸੁਪਰੀਮ ਕੋਰਟ 'ਚ 2012 'ਚ। 15 ਅਪ੍ਰੈਲ 2014 'ਚ ਮਤਲਬ ਸੁਪਰੀਮ ਕੋਰਟ ਨੇ ਆਪਣਾ ਡਿਸੀਜਨ ਦਿੱਤਾ ਤੇ ਸਾਨੂੰ ਥਰਡ ਜੈਂਡਰ ਰਿਕੋਗਨਾਈਜ਼ ਕੀਤਾ। ਉਸ ਤੋਂ ਬਾਅਦ 2019 'ਚ ਟਰਾਂਸਜੈਂਡਰ ਪਰਸਨ ਪ੍ਰੋਟੈਕਸ਼ਨ ਜਿਹੜਾ ਹੈ ਉਹ ਐਕਟ ਬਣਿਆ, ਬਿੱਲ ਪਾਸ ਹੋਇਆ। 2020 'ਚ ਐਕਟ ਬਣਿਆ। ਹੁਣ ਸਾਡੇ ਕੋਲ ਐਕਟ ਵੀ ਹੈਗਾ, ਰੂਲਸ ਵੀ ਹੈ, ਸਾਰੇ ਕੁਝ ਹੈ। ਤੇ ਹੁਣ ਸਰਕਾਰ ਦੀ ਰਿਸਪੌਂਸਿਬਿਲਟੀ ਹੈ, ਸਰਕਾਰ ਦੀ ਡਿਊਟੀ ਹੈ ਸਾਡੇ ਵਾਸਤੇ ਸਾਰੇ ਹਕੂਕ, ਸਾਡੇ ਸਾਰੇ ਅਧਿਕਾਰ, ਸਾਡੇ ਸਾਰੇ ਜੋ ਵੀ ਫੈਸਿਲਿਟੀਜ਼ ਹੈ ਉਹ ਸਾਨੂੰ ਪ੍ਰੋਵਾਈਡ ਕਰਨ ਦੀ। ਤੇ ਤੁਸੀਂ ਇਸ ਦੇ ਨਾਲ ਨਾਲ ਤੁਸੀਂ ਇੱਕ ਫੂਡ ਟਰੱਕ ਆਪਣਾ ਸ਼ੁਰੂ ਕੀਤਾ, ਜਾਂ ਉਹਦੇ ਬਾਰੇ ਥੋੜਾ ਦੱਸੋ। ਤੁਹਾਨੂੰ ਕਿਸ ਨੇ ਉਤਸ਼ਾਹਿਤ ਕੀਤਾ ਕਿ ਹਾਂ ਤੁਸੀਂ ਇੱਕ ਖਾਣਾ ਖਵਾਓ, ਇੱਕ ਮਾਂ ਦੀ ਤਰ੍ਹਾਂ ਖਵਾ ਲਓ ਜਾਂ ਇੱਕ ਦੋਸਤ ਦੀ ਤਰ੍ਹਾਂ ਤੁਸੀਂ ਖਾਣਾ ਖਵਾ ਸਕਦੇ ਹੋ? ਉਹ ਮੋਟੀਵੇਸ਼ਨ ਤੁਹਾਨੂੰ ਕਿੱਥੋਂ? ਦੇਖੋ, ਇਹ ਫੂਡ ਟਰੱਕ ਹੈਗਾ ਕਿ ਜਿਹਦੇ ਵਿੱਚ ਅਸੀਂ ਟਰਾਂਸਜੈਂਡਰ 5-6 ਟਰਾਂਸਜੈਂਡਰ ਹੈ, ਅਸੀਂ ਵਧਾਈ ਜਾਵਾਂਗੇ ਜਦੋਂ ਵਧੇਗਾ ਕੰਮ। ਤੇ 5 ਟਰਾਂਸਜੈਂਡਰ ਅਸੀਂ ਕੰਮ ਸ਼ੁਰੂ ਕਰਾਂਗੇ। ਇੱਕ ਫੂਡ ਟਰੱਕ ਅਸੀਂ ਬਣਵਾਇਆ ਹੈ ਜੋ ਕਿ ਆਯੁਸ਼ਮਾਨ ਖੁਰਾਨਾ ਜੀ ਉਹ ਫੇਮਸ ਫਿਲਮ ਐਕਟਰ ਤੇ ਸਿੰਗਰ ਨੇ, ਤੇ ਉਹਨਾਂ ਨੇ ਸਾਨੂੰ ਮਤਲਬ ਮੇਰੇ ਨਾਲ ਉਹਨਾਂ ਦਾ ਤਾਲੁਕ ਸੀਗੇ ਤੇ ਫਿਰ ਅੱਛੀ ਜਾਣ ਪਛਾਣ ਵੀ ਸੀਗੀ। ਤੇ ਉਹਨਾਂ ਨੇ ਸਾਨੂੰ ਡੋਨੇਟ ਕੀਤਾ ਹੈ। ਤੇ ਡੋਨੇਟ ਕਰਕੇ ਅਸੀਂ ਜਿਹੜਾ ਸਾਡੇ ਆਈਡੀਆ ਸੀਗਾ ਕਿ ਅਸੀਂ ਆਪਣੇ ਹੱਥ ਨਾਲ ਖਾਣਾ ਬਣਾ ਕੇ ਲੋਕਾਂ ਨੂੰ ਪਰੋਸਾਂਗੇ। ਤੇ ਇੱਕ ਮਾਂ ਦਾ ਫੀਲ, ਕਿੰਨਰ ਮਾਂ ਦਾ ਜਿਹੜਾ ਹੁੰਦਾ ਨਾ ਫੀਲ ਹੁੰਦਾ ਹੈ ਕਿ ਅਸੀਂ ਦੇਵਕੀ ਨਹੀਂ ਬਣ ਸਕਦੇ ਪਰ ਯਸ਼ੋਦਾ ਤਾਂ ਬਣ ਸਕਦੇ ਨਾ। ਅਸੀਂ ਪੈਦਾ ਨਹੀਂ ਕਰ ਸਕਦੇ ਲੇਕਿਨ ਅਸੀਂ ਲੋਕਾਂ ਦਾ ਪਾਲਣ ਤਾਂ ਕਰ ਸਕਦੇ ਹਾਂ। ਅਸੀਂ ਉਹਨਾਂ ਨੂੰ ਪਿਆਰ ਤਾਂ ਦੇ ਸਕਦੇ, ਲਾਡ ਦੇ ਸਕਦੇ ਹਾਂ। ਅਸੀਂ ਆਪਣੇ ਹੱਥ ਨਾਲ ਖਾਣਾ ਬਣਾ ਕੇ ਆਪਣੇ ਬੱਚਿਆਂ ਵਰਗਿਆਂ ਜੋ ਪਿਆਰ ਮੁਹੱਬਤ ਨਾਲ ਉਹਨਾਂ ਨੂੰ ਪਰੋਸ ਸਕਦੇ ਹਾਂ। ਤੇ ਨਾਲ ਨਾਲ ਅਸੀਂ ਉੱਪਰਲੀ ਫਲੋਰ ਵਿੱਚ, ਕਿਉਂਕਿ ਡਬਲ ਡੈਕਰ ਬੱਸ ਹੈ, ਟਰੱਕ ਹੈ, ਤੇ ਉੱਪਰਲੀ ਫਲੋਰ ਵਿੱਚ ਅਸੀਂ ਟਰਾਂਸਜੈਂਡਰ ਹੈਲਪ ਡੈਸਕ ਬਣਾਵਾਂਗੇ ਜਿਹਦੇ ਵਿੱਚ ਸਾਰੀ ਫੈਸਿਲਿਟੀਜ਼ ਜੋ ਹੈ ਉਹ ਅਸੀਂ ਜਿਹੜੀ ਸਰਕਾਰ ਦੀ ਫੈਸਿਲਿਟੀਜ਼ ਹੈ ਉਹ ਉੱਥੇ ਕਾਉਂਸਲਿੰਗ ਕਰਾਵਾਂਗੇ, ਲੋਕਾਂ ਨੂੰ ਦੱਸਾਂਗੇ, ਅਵੇਅਰਨੈਸ ਫੈਲਾਵਾਂਗੇ। ਤੇ ਜੋ ਵੀ ਟਰਾਂਸਜੈਂਡਰ ਜੋ ਜਿਸ ਚੀਜ਼ ਦੀ ਵੀ ਲੋੜ ਹੈ ਉਹ ਪ੍ਰੋਵਾਈਡ ਅਸੀਂ ਉੱਥੇ ਕਾਉਂਸਲਿੰਗ ਕਰਾਂਗੇ। ਉੱਪਰਲੀ ਫਲੋਰ ਵੀ ਸਾਡੇ ਕੋਲ ਕੰਪਿਊਟਰ ਰਹੇਗਾ, ਸਾਡੇ ਕੋਲ ਪ੍ਰਿੰਟਰ ਹੋਗਾ, ਸਕੈਨਰ ਹੋਏਗਾ, ਸਭ ਕੁਝ ਫੈਸਿਲਿਟੀਜ਼ ਹੋਏਗੀ। ਅੱਛਾ, ਤੁਹਾਡੀ ਜਿਹੜੀ ਕਹਾਣੀ ਮੈਂ ਖੁਦ ਸੁਣ ਰਿਹਾ ਤਾਂ ਮੈਨੂੰ ਖੁਦ ਨੂੰ ਫੀਲ ਹੋ ਰਿਹਾ ਕਿ ਯਾਰ ਮੁਸ਼ਕਲਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਨੇ। ਸ਼ਾਇਦ ਕੋਈ ਹੋਰ ਹੁੰਦਾ ਹਿੰਮਤ ਟੁੱਟ ਜਾਂਦੀ, ਹੌਸਲਾ ਟੁੱਟ ਜਾਂਦਾ। ਅਕਸਰ ਲੋਕ ਟੁੱਟ ਵੀ ਜਾਂਦੇ ਨੇ, ਰੱਬ ਦੇ ਨਾਲ ਸ਼ਿਕਾਇਤਾਂ ਕਰਨੀਆਂ ਜਿਹੜੀਆਂ ਸ਼ੁਰੂ ਕਰ ਦਿੰਦੇ ਨੇ ਕਿ ਯਾਰ ਮੇਰੀ ਜ਼ਿੰਦਗੀ ਦੇ ਵਿੱਚ ਹੀ ਇੰਨੀਆਂ ਮੁਸ਼ਕਲਾਂ ਜਿਹੜੀਆਂ ਨੇ ਆਉਣੀਆਂ ਨੇ।
ਤੁਹਾਡੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਬਹੁਤ ਆਈਆਂ ਨੇ, ਰੱਬ ਦੇ ਨਾਲ ਕੋਈ ਸ਼ਿਕਵਾ, ਕੋਈ ਸ਼ਿਕਾਇਤ? ਰੱਬ ਨਾਲ ਮੈਨੂੰ ਕੋਈ ਸ਼ਿਕਵਾ ਨਹੀਂ ਹੈ। ਪਰਮਾਤਮਾ ਜਿੱਦਾਂ ਬਣਾਉਂਦਾ ਉਹਦੇ 'ਚ ਹੀ ਖੁਸ਼ ਰਹਿਣਾ ਚਾਹੀਦਾ। ਮੈਨੂੰ ਤਾਂ ਪ੍ਰਾਊਡ ਫੀਲ ਹੁੰਦਾ ਹੈ ਕਿ ਮੈਨੂੰ ਪਰਮਾਤਮਾ ਨੇ ਟਰਾਂਸਜੈਂਡਰ ਬਣਾਇਆ, ਤੇ ਮੈਨੂੰ ਰੱਬ ਕਰੇ ਹਰ ਜਨਮ 'ਚ ਮੈਨੂੰ ਟਰਾਂਸਜੈਂਡਰ ਬਣਾਵੇ, ਤੇ ਕਿਉਂਕਿ ਦੋ ਲਿੰਗ ਦਾ ਇੱਕ ਖੂਬਸੂਰਤ ਇੱਕ ਰੂਪ ਹੈਗਾ, ਅਰਧਨਾਰੇਸ਼ਵਰ ਰੂਪ। ਭਗਵਾਨ ਖੁਦ ਉਹਦੇ ਵਾਸਤੇ ਤਰਸਦੇ ਰਹੇ। नर नारी का रूप हैगा। ते जिस तरह दिन होता है रात होती है तो संध्या भी होती है। संध्या के बिना दिन और रात नहीं होता है, तो हम संध्या हैं। हम दोनों का, मर्द और औरत के बीच का एक हिस्सा है, जिसके बिना इस संसार का जोड़ा है, जो संसार का जो है वो पूर्ण नहीं है। तो मैं कहती कि जे मैनू परमात्मा इदां दा बनाया, कोई फर्क नहीं पैंदा। ਇਹਦੇ ਨਾਲ ਫਰਕ ਪੈਂਦਾ ਜੇ ਤੁਸੀਂ ਦੁਨੀਆ 'ਤੇ ਜਦੋਂ ਜਾਓਗੇ ਨਾ, ਕੁਝ ਨਹੀਂ ਕਰਕੇ ਜਾਓਗੇ। ਸੋ ਸਾਨੂੰ ਇਸ ਦੁਨੀਆ 'ਚ ਆਏ ਹੈ, ਕੁਛ ਨਾ ਕੁਛ ਜ਼ਰੂਰ ਕਰੋ ਦੂਸਰਿਆਂ ਵਾਸਤੇ। ਤੇ ਜਦੋਂ ਤੁਸੀਂ ਦੁਨੀਆ ਤੋਂ ਜਾਓਗੇ, ਰੁਖਸਤ ਕਰੋਗੇ, ਤੇ ਤੁਹਾਨੂੰ ਇਹ ਫੀਲ ਨਹੀਂ ਹੋਣਾ ਚਾਹੀਦਾ ਤੁਸੀਂ ਦੁਨੀਆ ਵਾਸਤੇ ਕੁਝ ਨਹੀਂ ਕੀਤਾ, ਤੁਸੀਂ ਅੜੋਸ ਪੜੋਸ ਵਿੱਚ ਕੁਝ ਨਹੀਂ ਕੀਤਾ, ਤੁਸੀਂ ਹਮੇਸ਼ਾ ਲੜਦੇ ਰਹੇ। ਇਸ ਤੋਂ ਬਾਹਰ ਨਿਕਲਣਾ ਚਾਹੀਦਾ। ਅਸੀਂ ਦੂਸਰਿਆਂ ਵਾਸਤੇ ਹਮੇਸ਼ਾ ਖੜੇ ਰਹਿਣਾ ਚਾਹੀਦਾ, ਸਤਿਕਾਰ ਕਰਨਾ ਚਾਹੀਦਾ ਇਨਸਾਨ ਦਾ, ਤੇ ਸਾਰਿਆਂ ਨੂੰ ਰਿਸਪੈਕਟ ਕਰਨੀ ਚਾਹੀਦੀ, ਸਾਰੇ ਧਰਮਾਂ ਦੀ, ਸਾਰੇ ਲੋਕਾਂ ਦੀ, ਸਭ ਦੀ ਇੱਜ਼ਤ ਕਰੋ। ਤੇ ਕਹਿੰਦੇ ਨੇ ਜਿਵੇਂ ਜਿਸ ਤਰ੍ਹਾਂ ਗੁਰਬਾਣੀ ਜੀ ਦਾ ਵੀ ਸੰਦੇਸ਼ ਹੈ ਵੀ ਸਾਰਿਆਂ ਦਾ ਇੱਜ਼ਤ ਕਰੋ, ਮਾਣ ਕਰੋ। ਅੱਛਾ, ਜੋ ਤੁਸੀਂ ਮਿਸ਼ਨ ਲੈ ਕੇ ਧਨੰਜੇ ਚੱਲੇ ਸੀ, ਜੋ ਆਪਣੀ ਕਮਿਊਨਿਟੀ ਦੇ ਲਈ ਤੁਸੀਂ ਕੁਝ ਕਰਨਾ ਚਾਹੁੰਦੇ ਸੀ, ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਸੀ, ਕਿੰਨਾ ਕੁ ਕਾਮਯਾਬ ਮੰਨਦੇ ਆਪਣੇ ਆਪ ਨੂੰ ਕਿ ਹਾਂ ਮੈਂ ਇੰਨਾ ਕੁ ਅਚੀਵ ਕਰ ਲਿਆ? देखो हजे तक करना बहुत कुछ है। अजे तक ਅਸੀਂ ਜੇ ਜਸਟਿਨ ਟਰੂਡੋ ਉਹਨਾਂ ਨੇ 2018 ਵਿੱਚ ਮੈਨੂੰ ਡਿਨਰ ਤੇ ਬੁਲਾਇਆ ਸੀਗਾ, ਕੈਨੇਡੀਅਨ ਪ੍ਰਾਈਮ ਮਿਨਿਸਟਰ। ਟਰੂਡੋ ਸਾਹਿਬ ਦੇ ਨਾਲ ਵੀ ਡਿਨਰ ਕਰ ਚੁੱਕੇ ਹੋ? ਹਾਂ। ਤੇ ਫਿਰ ਹਲੇ ਤੁਸੀਂ ਕਹਿੰਦੇ ਹੋ ਹਲੇ ਬਹੁਤ ਕੁਝ ਕਰਨਾ ਹਲੇ ਤਾਂ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮੈਨੂੰ ਆਫਰ ਕੀਤੀ ਕੈਨੇਡੀਅਨ ਸਿਟੀਜ਼ਨਸ਼ਿਪ ਦੀ। ਅੱਛਾ। ਤੇ ਮੈਂ ਨਹੀਂ ਐਕਸੈਪਟ ਕੀਤੇ। ਮੈਂ ਕਿਹਾ ਮੈਂ ਇੰਡੀਆ 'ਚ ਠੀਕ ਆ, ਕਿਉਂਕਿ ਮੈਂ ਬਹੁਤ ਕੁਝ ਕਰਨਾ ਅਜੇ, ਕਿਉਂਕਿ ਇੰਨਾ ਆਸਾਨ ਤਾਂ ਨਹੀਂ ਹਜੇ। ਤਾਂ ਸਿਰਫ ਲਾਅ ਬਣੇ, ਕਾਨੂੰਨ ਬਣੇ ਹੈ, ਪਾਲਿਸੀਆਂ ਬਣਨੀਆਂ ਅਜੇ, ਤੇ ਪਾਲਿਸੀ ਬਣਨ ਤੋਂ ਬਾਅਦ ਵੀ ਟਰਾਂਸਜੈਂਡਰ ਤੱਕ ਪਹੁੰਚਣੀ ਹੈ ਨਾ। ਉਹ ਸਮਾਜ ਜਿਹੜਾ ਬਹੁਤ ਨੈਗਲੈਕਟ ਕੀਤਾ ਹੈ ਸਦੀਆਂ ਤੋਂ, ਤੇ ਉਹਨਾਂ ਨੂੰ ਬਾਹਰ ਲਿਆ ਕੇ ਉਹਨਾਂ ਨੂੰ ਉਹ ਸਾਰਾ ਪ੍ਰੋਵਾਈਡ ਕਰਵਾਉਣਾ ਹੈ। ਜਦ ਤੱਕ ਮੈਂ ਮਰਨਾ ਨਹੀਂ ਚਾਹੁੰਦੀ, ਜਦ ਤੱਕ ਸਾਡੇ ਇੰਡੀਆ ਦਾ ਪ੍ਰਧਾਨ ਮੰਤਰੀ ਕੋਈ ਟਰਾਂਸਜੈਂਡਰ ਨਾ ਬਣੇ। ਵਾਹ ਜੀ। ਅੱਛਾ, ਪ੍ਰਾਈਮ ਮਿਨਿਸਟਰ ਖੁਦ ਨੂੰ ਦੇਖਦੇ ਹੋ ਉਸ ਅਹੁਦੇ ਤੇ ਕਿ ਧਨੰਜੇ ਆਉਣ ਵਾਲੇ ਸਮੇਂ ਦੇ ਵਿੱਚ ਫਸਟ ਟਰਾਂਸਜੈਂਡਰ ਹੋ ਸਕਦੇ ਨੇ ਪ੍ਰਾਈਮ ਮਿਨਿਸਟਰ ਆਫ ਇੰਡੀਆ? ਨਹੀਂ, ਇਹ ਤਾਂ ਹਰ ਇੱਕ ਇਨਸਾਨ ਸੋਚ ਸਕਦਾ, ਬਟ ਮੈਂ ਆਪਣੇ ਵਾਸਤੇ ਵੀ ਸੋਚ ਸਕਦੀ ਹਾਂ। ਲੇਕਿਨ ਅਗਰ ਕੋਈ ਅੱਛਾ ਇਨਸਾਨ ਆਉਂਦਾ, ਪੜ੍ਹਿਆ ਲਿਖਿਆ, ਸੁਲਝਿਆ ਇਨਸਾਨ, ਉਹ ਵੀ ਬਣ ਸਕਦਾ। ਬਟ ਇਨਸਾਨ ਜੇ ਮੈਨੂੰ ਮੌਕਾ ਮਿਲੇਗਾ ਮੈਂ ਜ਼ਰੂਰ ਪ੍ਰਾਈਮ ਮਿਨਿਸਟਰ ਬਣਾਂਗੀ। ਅੱਛਾ, ਤੁਸੀਂ ਕਿਹਾ ਕਿ ਹਲੇ ਮੈਂ ਬਹੁਤ ਕੁਝ ਕਰਨਾ, ਪਰ ਮੈਨੂੰ ਲੱਗਦਾ ਕਿ ਤੁਸੀਂ ਇੰਨਾ ਕੁਝ ਕਰ ਚੁੱਕੇ ਹੋ ਕਿ ਰਾਸ਼ਟਰਪਤੀ ਮੈਡਮ ਦੇ ਵੱਲੋਂ, ਮੈਡਮ ਦ੍ਰੋਪਦੀ ਮੁਰਮੂ ਦੇ ਵੱਲੋਂ ਤੁਹਾਡੀ ਜ਼ਿੰਦਗੀ ਤੇ ਬਣੀ ਇੱਕ ਡਾਕੂਮੈਂਟਰੀ ਨੂੰ ਅਵਾਰਡ ਵੀ ਦੇ ਦਿੱਤਾ ਗਿਆ। ਬਿਲਕੁਲ, ਉਹਦਾ ਨਾਮ ਐਡਮਿਟਡ ਹੈ, YouTube 'ਚ ਅਵੇਲੇਬਲ ਹੈ। ਸੋ ਮੈਂ ਪੰਜਾਬ ਯੂਨੀਵਰਸਿਟੀ 'ਚ 2016 'ਚ ਫਸਟ ਟਰਾਂਸਜੈਂਡਰ ਸਟੂਡੈਂਟ ਬਣੀ, ਤੇ ਉਸ ਤੋਂ ਬਾਅਦ ਸੈਪਰੇਟ ਵਾਸ਼ਰੂਮ, ਫ੍ਰੀ ਐਜੂਕੇਸ਼ਨ, ਸੈਪਰੇਟ ਹੋਸਟਲ, ਹਾਂਜੀ ਸੈਪਰੇਟ ਹੋਸਟਲ, ਤੇ ਫ੍ਰੀ ਐਜੂਕੇਸ਼ਨ ਤੇ ਫ੍ਰੀ ਹੋਸਟਲ ਵੀ ਬਣੇ ਯੂਨੀਵਰਸਿਟੀ ਦੇ ਵਿੱਚ। ਯੈਸ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਸੋ ਇਹ ਸਾਰੀ ਚੀਜ਼ਾਂ ਲਗਾਤਾਰ ਸੰਘਰਸ਼ ਕਰਦੇ ਸਭ ਚੀਜ਼ਾਂ ਹੋਈਆਂ, ਤੇ ਚੰਡੀਗੜ੍ਹ, ਮੋਹਾਲੀ, ਪੰਚਕੂਲਾ, ਤਿੰਨਾਂ ਸਿਟੀਆਂ ਵਿੱਚ, ਪੰਜਾਬ 'ਚ ਵੀ ਹੁਣ ਤਾਂ ਕਾਫੀ ਸਾਰੀ ਪਾਲਿਸੀਆਂ ਬਣੇ ਜਿਹਦੇ ਵਿੱਚ ਮੈਂ ਇਨਵੋਲਵ ਹਾਂ। ਤੇ ਪ੍ਰੋਟੈਕਸ਼ਨ ਸੈੱਲ ਬਣ ਰਹੇ हैं ਪੰਜਾਬ 'ਚ, ਹਰਿਆਣਾ 'ਚ ਪ੍ਰੋਟੈਕਸ਼ਨ ਸੈੱਲ ਬਣ ਰਹੇ, ਟਰਾਂਸਜੈਂਡਰ ਵੈਲਫੇਅਰ ਬੋਰਡ ਬਣ ਰਹੇ। ਸੋ ਇਹ ਸਾਰੀ ਜਿਹੜੀ ਪਾਲਿਸੀਜ਼ ਹੈ, ਇਹ ਪ੍ਰਕਿਰਿਆ ਹੈ ਜਿਹੜੀਆਂ, ਇਹ ਸਟਾਰਟ ਹੋ ਗਈਆਂ ਕਿਉਂਕਿ ਇੰਟਰਵੈਂਸ਼ਨ ਹੋਈਆਂ। ਬਾਰ-ਬਾਰ ਮੈਂ ਚਿੱਠੀਆਂ ਦਿੱਤੀਆਂ, ਬਾਰ-ਬਾਰ ਮੈਂ ਮਿਨਿਸਟਰਸ ਨੂੰ ਮਿਲਦੀ ਰਹੀ, ਤਾਂ ਫਿਰ ਹੁਣ ਕਾਫੀ ਸਾਰੀ ਚੀਜ਼ਾਂ ਬਦਲ ਗਈਆਂ। ਅੱਛਾ, ਤੇ ਧਨੰਜੇ ਮੈਂ ਇਸ ਤੋਂ ਬਾਅਦ ਤੁਹਾਡੀ ਫਿਰ ਨਿੱਜੀ ਜ਼ਿੰਦਗੀ ਵੱਲ, ਤੁਹਾਡੀਆਂ ਪ੍ਰਾਪਤੀਆਂ ਦੀ ਲਿਸਟ ਬਹੁਤ ਲੰਬੀ, ਹਾਲਾਂਕਿ ਜੇ ਉਹੀ ਗਿਣਾਉਣ ਲੱਗ ਜਾਈਏ ਤਾਂ ਸਮਾਂ ਬਹੁਤ ਲੱਗੇਗਾ, ਪਰ ਮੈਂ ਹੁਣ ਤੁਹਾਡੀ ਨਿੱਜੀ ਜ਼ਿੰਦਗੀ ਵੱਲ ਆਉਣਾ। ਤੁਸੀਂ, ਮਾਫੀ ਚਾਹੁੰਦਾ, ਮੈਨੂੰ ਨਹੀਂ ਪਤਾ ਇਹ ਸ਼ਬਦ ਮੈਨੂੰ ਵਰਤਣੇ ਚਾਹੀਦੇ ਨੇ ਜਾਂ ਨਹੀਂ, ਟਰਾਂਸਜੈਂਡਰ ਹੋ, ਪਰ ਤੁਸੀਂ ਕਿਸੇ ਹੋਰ ਸ਼ਖਸੀਅਤ ਦੇ ਨਾਲ ਇਨ ਰਿਲੇਸ਼ਨਸ਼ਿਪ ਵੀ ਰਹਿ ਰਹੇ ਹੋ। ਇਹ ਕੀ ਆ? ਸਿੱਧਾ ਸਵਾਲ ਹੈ ਕਿ ਤੁਹਾਡੀ ਨਜ਼ਰ ਦੇ ਵਿੱਚ ਪਿਆਰ ਕੀ ਹੈ? ਮੇਰਾ ਪਿਆਰ ਜਿਹੜਾ ਹੈ, ਮੇਰਾ ਜੋ ਪਾਰਟਨਰ ਹੈ ਉਹ ਰੁਦਰ ਪ੍ਰਤਾਪ ਸਿੰਘ ਹੈ, ਤੇ ਉਹ ਵੀ ਟਰਾਂਸਜੈਂਡਰ ਹੈ। ਅੱਛਾ। ਮੈਂ ਜਿੱਦਾਂ ਮੈਂ ਟਰਾਂਸ ਫੀਮੇਲ ਹੈ, ਉਹ ਟਰਾਂਸ ਮੇਲ ਹੈ। ਓਕੇ। ਸੋ ਦੋਨਾਂ ਵਿੱਚ ਸਾਡਾ ਬਹੁਤ ਗਹਿਰਾ ਪਿਆਰ ਹੈ, ਪ੍ਰੇਮ ਹੈ,
ਤੇ ਰੂਹਾਨੀ ਪ੍ਰੇਮ ਹੈ ਨਾ। ਸੋ ਸਾਡਾ ਜਿਸਮ ਦਾ ਪ੍ਰੇਮ ਨਹੀਂ, ਜਿਸਮਾਨੀ ਪ੍ਰੇਮ ਨਹੀਂ ਹੈ, ਰੂਹਾਨੀ ਪ੍ਰੇਮ ਹੈ। ਅਸੀਂ ਰੂਹ ਨਾਲ ਪ੍ਰੇਮ ਕਰਦੇ ਇੱਕ ਦੂਸਰੇ ਨੂੰ। ਜਿਵੇਂ ਬਾਬਾ ਬੁੱਲੇ ਸ਼ਾਹ ਨੇ ਸ਼ਾਹ ਇਨਾਇਤ ਨਾਲ ਪ੍ਰੇਮ ਕੀਤਾ, ਅਮੀਰ ਖੁਸਰੂ ਨੇ ਨਿਜ਼ਾਮੁਦੀਨ ਔਲੀਆ ਨਾਲ ਕੀਤਾ, ਤੇ ਬਾਬਾ ਨਾਨਕ ਦੇ ਨਾਲ ਤੇ ਜਿਹੜੇ ਉਹਨਾਂ ਮਰਦਾਨਾ ਜੀ ਦਾ ਪ੍ਰੇਮ ਸੀ ਉਹ ਰੂਹਾਨੀ ਸੀਗਾ, ਉਹ ਜਿਸਮਾਨੀ ਨਹੀਂ ਹੁੰਦਾ। ਜਿਸਮਾਨੀ ਤੋਂ ਉਹ ਅਲੌਕਿਕ ਹੈ, ਉਸ ਦੁਨੀਆ ਜਿਹੜਾ ਇਸ ਦੁਨੀਆ ਦੇ ਲੋਕ ਨਹੀਂ ਸਮਝ ਸਕਦੇ। ਅਸੀਂ ਇੱਕ ਦੂਸਰੇ ਦਾ ਪ੍ਰੇਮ ਕਰਦੇ, ਇੱਕ ਦੂਸਰੇ ਨੂੰ ਦਾ ਕੇਅਰ ਕਰਦੇ ਹਾਂ, ਰਿਸਪੈਕਟ ਕਰਦੇ ਹਾਂ, सम्मान ਕਰਦੇ ਹਾਂ। ਉਹੀ ਮੇਰੇ ਨਾਲ ਮੈਨੂੰ ਲੱਗਦਾ ਕਿ ਉਹ ਉਸ ਤੋਂ ਜ਼ਿਆਦਾ ਕੁਛ ਨਹੀਂ ਚਾਹੀਦਾ ਮੈਨੂੰ। ਸੰਤੁਸ਼ਟ ਹੋ ਜ਼ਿੰਦਗੀ ਤੋਂ? ਬਿਲਕੁਲ। ਅੱਛਾ, ਆਖਰੀ ਸਵਾਲ ਆ, ਟਰਾਂਸਜੈਂਡਰਸ ਦੇ ਨਾਲ ਤੁਸੀਂ, ਤੁਹਾਡੀ ਜਿਹੜੇ ਇਹਨਾਂ ਕੋਸ਼ਿਸ਼ਾਂ ਦੇ ਨਾਲ ਨੌਕਰੀਆਂ ਦੇ ਵਿੱਚ ਵੀ ਜਿਹੜਾ ਆਰਕਸ਼ਣ ਜਿਹੜਾ ਇਹਨਾਂ ਨੂੰ ਮਿਲਿਆ, ਵੱਡੇ ਵੱਡੇ ਅਹੁਦਿਆਂ ਤੇ ਵੀ ਕੁਝ ਨਾ ਕੁਝ ਜਾ ਰਹੇ ਨੇ, ਕਾਮਯਾਬ ਹੋਏ ਹੋ, ਹੋਰ ਚਾਹੁੰਦੇ ਕੀ ਹੋ? ਹਾਲਾਂਕਿ ਸਿੱਧੀ ਗੱਲ ਤੁਸੀਂ ਕਹਿ ਚੁੱਕੇ ਹੋ ਕਿ ਮੈਂ ਪ੍ਰਾਈਮ ਮਿਨਿਸਟਰ ਦੇਖਣਾ ਚਾਹੁੰਦੀ ਹਾਂ ਇੱਕ ਟਰਾਂਸਜੈਂਡਰ ਨੂੰ। ਹੋਰ ਜੇ ਨਿਚਲੇ ਲੈਵਲ ਤੇ ਗੱਲ ਕਰੀਏ ਨੌਕਰੀਆਂ ਦੇ ਵਿੱਚ, ਜਾਂ ਲੋਕਾਂ ਦੀ ਸੋਚ ਕਿਸ ਲੈਵਲ ਤੱਕ ਲੈ ਕੇ ਜਾਣਾ ਚਾਹੁੰਦੇ ਹੋ ਤੁਸੀਂ? ਸੋ ਉਹੀ ਮੈਂ ਕਹੂੰਗੀ, ਵੀ ਡੋਂਟ ਨੀਡ ਐਨੀ ਸਪੈਸ਼ਲ ਰਾਈਟਸ, ਵੀ ਨੀਡ ਓਨਲੀ ਐਕਸੈਪਟੈਂਸ। ਸਾਨੂੰ ਸਿਰਫ ਔਰ ਸਿਰਫ ਸਵੀਕਾਰਤਾ ਚਾਹੀਦੀ, ਐਕਸੈਪਟੈਂਸ ਚਾਹੀਦੀ। ਅਸੀਂ ਸਭ ਕੁਝ ਕਰਨ ਨੂੰ ਤਿਆਰ ਹਾਂ। ਅਸੀਂ, ਸਾਡੇ 2 ਹੱਥ ਹੈਗੇ, ਪੈਰ ਹੈਗੇ, ਅੱਖਾਂ ਵੀ ਹੈ, ਕੰਨ ਵੀ ਹੈਗੇ, ਸਭ ਕੁਝ ਹੈ ਸਾਡੇ ਕੋਲ। ਵੀ ਆਰ ਕੰਪਲੀਟ, ਹੈ ਨਾ। ਤੁਹਾਡੇ ਫੂਡ ਟਰੱਕ ਤੇ ਵੀ ਆਈ ਥਿੰਕ ਉਹ ਸਵੀਕਾਰ ਸ਼ਬਦ ਜਿਹੜਾ ਉਹ ਲਿਖਿਆ ਹੈ। ਬਿਲਕੁਲ। ਸੋ ਸਵੀਕਾਰ ਕਰੋ ਸਾਨੂੰ, ਤੇ ਬਸ ਹੋਰ ਕੁਝ ਨਹੀਂ ਚਾਹੀਦਾ। ਸਾਡਾ ਜੋ ਵੀ ਕੰਮ ਹੈ, ਅਸੀਂ ਸੈਨਾ 'ਚ ਵੀ ਜਾ ਸਕਦੇ ਹਾਂ, ਅਸੀਂ ਪੁਲਿਸ 'ਚ ਜਾ ਸਕਦੇ ਹਾਂ, ਅਸੀਂ ਪਬਲਿਕ ਜਿਹੜੀ ਸਰਵੈਂਟ ਬਣ ਸਕਦੇ ਹਾਂ, ਸਰਕਾਰ ਦੇ ਜਿੱਥੇ ਵੀ ਸਾਨੂੰ ਆਪਣੀਆਂ ਸੇਵਾਵਾਂ ਦੇ ਸਕਦੇ ਹੋ ਤੁਸੀਂ। ਯੈਸ, ਹਰ ਜਗ੍ਹਾ। ਧਨੰਜੇ, ਬਹੁਤ ਬਹੁਤ ਸ਼ੁਕਰੀਆ, ਬਹੁਤ ਥੈਂਕ ਯੂ। ਤੇ ਮਿਹਰਬਾਨੀ। ਉਮੀਦ ਆ ਕਿ ਤੁਹਾਡਾ ਜਦੋਂ ਵੀ ਫੂਡ ਟਰੱਕ ਸ਼ੁਰੂ ਹੋਏਗਾ ਤਾਂ ਅਗਲੀ ਇੰਟਰਵਿਊ ਆਪਾਂ ਉਸੇ ਫੂਡ ਟਰੱਕ ਦੇ ਕੋਲ ਖੜ ਕੇ ਜ਼ਰੂਰ ਤੁਹਾਡੇ ਨਾਲੇ ਖਾਣੇ ਦਾ ਸਵਾਦ ਲਵਾਂਗੇ ਨਾਲੇ। ਥੈਂਕ ਯੂ ਸੋ ਮਚ, ਥੈਂਕ ਯੂ। ਮਿਹਰਬਾਨੀ। ਸੋ ਦੋਸਤੋ, ਕਦੇ ਵੀ ਜ਼ਿੰਦਗੀ ਦੇ ਵਿੱਚ ਹਿੰਮਤ ਹਾਰੋ, ਕਦੇ ਵੀ ਜ਼ਿੰਦਗੀ ਦੇ ਵਿੱਚ ਹੌਸਲਾ ਹਾਰੋ, ਕਦੇ ਵੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆਉਣ ਤਾਂ ਧਨੰਜੇ ਉਹਨਾਂ ਦੀਆਂ ਇਹ ਗੱਲਾਂ ਜ਼ਰੂਰ ਸੁਣ ਲਿਓ, ਜਿਨ੍ਹਾਂ ਨੇ ਬਚਪਨ ਤੋਂ ਹੀ ਆਪਣੇ ਪਿੰਡੇ ਦੇ ਉੱਪਰ, ਆਪਣੇ ਸਰੀਰ ਦੇ ਉੱਪਰ ਗਰਮ ਚਿਮਟੇ ਤੱਕ ਲਵਾਏ ਨੇ, ਆਪਣੇ ਪਿਤਾ ਦੇ ਮਿਹਣੇ ਸਹੇ ਨੇ, ਪਰ ਆਪਣੀ ਆਇਡੈਂਟੀਟੀ ਦੇ ਲਈ ਧਨੰਜੇ ਲੜਦੇ ਰਹੇ ਨੇ। ਤੇ ਅੱਜ ਰਾਸ਼ਟਰਪਤੀ ਮੈਡਮ ਦੇ ਵੱਲੋਂ ਇਹਨਾਂ ਦੀ ਜ਼ਿੰਦਗੀ ਦੇ ਉੱਪਰ ਬਣੀ ਫਿਲਮ ਨੂੰ ਅਵਾਰਡ ਤੱਕ ਵੀ ਦਿੱਤਾ ਗਿਆ। ਇਹ ਧਨੰਜੇ ਦੀ ਵੱਡੀ ਪ੍ਰਾਪਤੀ ਹੈ। ਫਸਟ ਟਰਾਂਸਜੈਂਡਰ ਬਣਦੇ ਨੇ ਜਿਨ੍ਹਾਂ ਦੇ ਵੱਲੋਂ ਸਟਰਗਲ ਕੀਤਾ ਜਾਂਦਾ, ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਅਲੱਗ ਤੌਰ ਤੇ ਹੋਸਟਲ ਤੱਕ ਵੀ ਇਹਨਾਂ ਦੇ ਵੱਲੋਂ, ਇਹਨਾਂ ਦੇ ਸਟਰਗਲ ਕਰਨ ਤੋਂ ਬਾਅਦ ਬਣਾਏ ਜਾਂਦੇ ਨੇ। ਵੱਡੀ ਪ੍ਰਾਪਤੀ ਆ। ਧਨੰਜੇ ਦਾ ਸੁਪਨਾ ਹੈ ਕਿ ਪ੍ਰਾਈਮ ਮਿਨਿਸਟਰ ਆਫ ਇੰਡੀਆ ਇੱਕ ਦਿਨ ਇੱਕ ਟਰਾਂਸਜੈਂਡਰ ਹੋਵੇ, ਤੇ ਕਹਿੰਦੇ ਨੇ ਕਿ ਜੇ ਮੈਨੂੰ ਮੌਕਾ ਮਿਲਿਆ ਤਾਂ ਮੈਂ ਇਹ ਕਦੇ ਵੀ ਪਿੱਛੇ ਨਹੀਂ ਹਟੂੰਗੀ। ਉਮੀਦ ਆ 2024 ਦੇ ਵਿੱਚ ਵੀ ਇਲੈਕਸ਼ਨਾਂ ਆਉਂਦੀਆਂ ਨੇ। ਧਨੰਜੇ ਦੀ ਇਸ ਗੱਲ ਤੋਂ ਤਾਂ ਲੱਗਦਾ ਹੈ ਕਿ ਫਸਟ ਟਰਾਂਸਜੈਂਡਰ ਪੰਜਾਬ ਦੇ ਵਿੱਚ ਲੋਕ ਸਭਾ ਉਮੀਦਵਾਰ ਜਲਦੀ ਹੀ ਦੇਖਣ ਨੂੰ ਮਿਲੇਗਾ। ਕੈਮਰਾਮੈਨ ਸਾਥੀ ਅਮਨ ਦੇ ਨਾਲ ਸੰਸਾਰਦੀਪ ਸਿੰਘ, RMB ਟੈਲੀਵਿਜ਼ਨ, ਚੰਡੀਗੜ੍ਹ।